Ladies and gentlemen, my name is Gary Singh Garewal from NRE Press Club and NRE Press News Media from NREpress.com, Los Angeles, California. Welcome to all our guests and participants to today's hot topic on February 6, 2022. Our today's hot topic is on February 6, Rahul Gandhi announced Charanjit Singh Channi as the party's chief ministerial face for the upcoming assembly elections, pushing PPC chief Navjot Singh Sidhu out of the race. Sidhu has been saying that he would be abide by the party high command's decision. Sidhu had said 60 MLAs will be needed to form the government and people will vote only for the CM candidate with the clean image. ਹੁਣ ਮੈਂ ਕੋਸ਼ਿਸ਼ ਕਰਾਂਗਾ ਪੰਜਾਬੀ ਚ ਆਪਣੇ ਗੁਪਤਾ ਸਾਹਿਬ ਤੁਸੀਂ ਸ਼ੁਰੂ ਕਰੋਗੇ ਮੈਨੂੰ ਪਤਾ ਹੈਗਾ ਅੱਜ ਦਾ ਤੇ ਸਿੱਧੂ ਸਾਹਿਬ ਕੀ ਕਰਨਗੇ ਅੱਜ ਹੁਣ ਲੈਟ ਵੀ ਸਟਾਰਟ ਇਟ ਮੈਂ ਸਮਝਦਾ ਕਿ ਪੰਜਾਬ ਬੜੇ ਟਰਮੋਇਲ ਚ ਹੈ ਕਿਸੇ ਕੋਈ ਕਲੀਅਰ ਡਾਇਰੈਕਸ਼ਨ ਨਹੀਂ ਹੈ ਇਸੇ ਕਰਕੇ ਪੰਜਾਬ ਚ ਇੱਕ ਹੰਗ ਮੈਂਡੇਟ ਆ ਸਕਦਾ ਹੈ ਲੋਕੀ ਕਾਫੀ ਕਨਫਿਊਜ਼ ਨੇ ਪਾਰਟੀਆਂ ਵੀ ਕਨਫਿਊਜ਼ ਨੇ ਔਰ ਪਾਰਟੀਆਂ ਇੱਕ ਦੂਜੇ ਦੇ ਚਾਰਜ ਲਾ ਰਹੀਆਂ ਨੇ ਜਿੱਦਾਂ ਮੈਂ ਇਹ ਦੇਖਿਆ ਵੀ ਆਪਣੇ ਜਿਹੜੇ ਰਾਜੇਵਾਲ ਜੀ ਨੇ ਕਿਹਾ ਵੀ ਆਪ ਨੇ ਨਾ ਬੜੇ ਪੈਸੇ ਲਏ ਨੇ ਬਈ ਟਿਕਟਾਂ ਦਿੱਤੀਆਂ ਮੇਰੇ ਖਿਆਲ ਉਹ ਸਟੇਟਮੈਂਟ ਬਹੁਤ ਮੈਨੂੰ ਬਹੁਤ ਚੰਗੀ ਨਹੀਂ ਲੱਗੀ ਇਹ ਚਾਰਜ ਹੀ ਲਾਣਾ ਨਾ ਤੁਸੀਂ ਬਗੈਰ ਲੋਕਾਂ ਦੀ ਹੀਅਰ ਸੇ ਤੇ ਜਾ ਕੇ ਵੀਡੀਓ ਦਿਖਾ ਦਿਓ ਡੈਡੀ ਦੇ ਵੈਲਿਊ ਨਾ ਐਸਾ ਸੀਨ ਕ੍ਰੀਏਟ ਕਰ ਰਹੇ ਹੋ ਤੇ ਜੇ ਕੱਲੋਂ ਕੋਈ ਬੰਦੇ ਕਲੀਨ ਵੀ ਆਣਗੇ ਨਾ ਉਹਨਾਂ ਦੇ ਪਹਿਲਾਂ ਹੀ ਚਾਰਜ ਲਾ ਦਿਓ ਯਾਰ ਉਹ ਕਰਪਟ ਹੈ ਮੈਂ ਨਹੀਂ ਸਮਝਦਾ ਕਿ ਪੰਜਾਬ 'ਚ ਕਿਸੇ ਕਾਂਗਰਸ ਲੈਵਲ ਤੇ ਜਾਂ ਕਿਸੇ ਬੀਜੇਪੀ ਲੈਵਲ ਤੇ ਜਾਂ ਕਿਸੇ ਅਕਾਲੀ ਲੈਵਲ ਤੇ ਪੈਸੇ ਲਏ ਜਾਂਦੇ ਨੇ ਜਾਂ ਆਪ ਵਾਲਿਆਂ ਨੇ ਇਹ ਟੋਟਲੀ ਵੇਕ ਗੱਲ ਹੈ ਨੰਬਰ 1 ਨੰਬਰ 2 ਜਿਹੜੀ ਮੈਂ ਅਸੈਸਮੈਂਟ ਕਰ ਰਿਹਾ ਇਸ ਵੇਲੇ ਪੰਜਾਬ ਦੀ ਕਿ ਮੈਨੂੰ ਜੋ ਕਈਆਂ ਤੋਂ ਪਤਾ ਲੱਗਿਆ ਕਿ ਦੋ ਬੰਦੇ ਜਿਹੜੇ ਸੁੱਖੀ ਰੰਧਾਵਾ ਔਰ ਬਾਜਵਾ ਤ੍ਰਿਪਤ ਬਾਜਵਾ ਜਿਹੜੇ ਕਾਂਗਰਸ ਦੇ ਬੰਦੇ ਨੇ ਇਹਨਾਂ ਦੀ ਵੀ ਕੋਈ ਹਾਲਤ ਠੀਕ ਨਹੀਂ ਹੈ ਇਹਨਾਂ ਨੇ ਇਸ ਕਰਕੇ ਚੰਨੀ ਨੂੰ ਡਿਕਲੇਅਰ ਕੀਤਾ ਹੈ ਕਿਉਂਕਿ ਜਿਹੜਾ 20-22% ਵੋਟ ਬੈਂਕ ਹੈ ਦੇਖੋ ਦੋ ਸੀਟਾਂ ਦੇ ਖੜੇ ਕਰਨ ਦਾ ਮਤਲਬ ਇਹ ਸੀ ਕਿ ਚੰਨੀ ਡਿਕਲੇਅਰ ਹੋਏਗਾ ਇਹ ਤਾਂ ਪਤਾ ਲੱਗ ਗਿਆ ਸੀ 2 ਸੀਟਾਂ ਤਾਂ ਹੀ ਖੜਾ ਕੀਤਾ ਸੀ ਉਹਨਾਂ ਨੇ ਸੈਕਿੰਡ ਪੁਆਇੰਟ ਇਹ ਹੈ ਕਿ ਚੰਨੀ ਕੰਪਰੋਮਾਈਜ਼ ਕੈਂਡੀਡੇਟ ਹੈ between the different moderate groups in Congress and wrong element Congress and Sidhu. So मैं समझदा कि सिद्धू ਜਿਹੜਾ ਨਾ ਵਾਚ ਡੌਗ ਦਾ ਕੰਮ ਕਰੇਗਾ ਆਉਣ ਵਾਲੇ ਟਾਈਮ 'ਚ ਉਹ ਜੇ ਚੰਨੀ ਸਾਹਿਬ ਬਣ ਗਏ ਪੋਸੀਬਿਲਿਟੀ ਬਣਨ ਦੀ ਵੀ ਹੋ ਸਕਦੀ ਹੈ ਕਿਉਂਕਿ ਸਿਚੁਏਸ਼ਨ ਵੈਰੀ ਪੋਲਰਾਈਜ਼ਡ ਹੈ ਪੰਜਾਬ 'ਚ ਬੜੀ ਟਫ ਕੰਪੀਟੀਸ਼ਨ ਹੈ ਬਿਟਵੀਨ ਆਪ ਐਂਡ ਕਾਂਗਰਸ ਇਟ ਇਜ਼ ਅ ਫੈਕਟ ਥਰਡ ਅਕਾਲੀ ਬੈਠ ਗਿਆ ਤੇ ਇਸ ਕਰਕੇ ਜਿਹੜਾ ਸਿੱਧੂ ਦਾ ਰੋਲ ਹੋਏਗਾ ਨਾ ਮੈਂ ਜੋ ਸਮਝਦਾ ਉਹ ਵਾਚ ਡੌਗ ਦਾ ਹੋਏਗਾ ਕਿਉਂਕਿ ਜੇ ਸਿੱਧੂ ਹਮੇਸ਼ਾ ਲਈ ਵੀ ਚੀਫ ਮਿਨਿਸਟਰ ਬਣ ਜਾਂਦਾ ਫਿਰ ਕਈ ਵਾਰੀ ਕੀ ਹੁੰਦਾ ਇੱਕ ਬੰਦੇ ਕੋਲ ਨਾ ਇੱਕੋ ਪਾਵਰ ਹੁੰਦੀ ਹੈ ਉਹਨੂੰ ਚੈੱਕ ਕੌਣ ਕਰੇਗਾ ਸੋ ਇਟ ਇਜ਼ ਅ ਗੁੱਡ ਡਿਸੀਜਨ ਟੇਕਰ ਬਾਈ ਦੀ ਕਾਂਗਰਸ ਪਾਰਟੀ ਕਿ ਚੰਨੀ ਸਾਹਿਬ ਰਹਿਣ ਪਾਵਰ ਚਾਹਣ ਔਰ ਸਿੱਧੂ ਚੈੱਕ ਰੱਖੇ ਕਿ ਕਿਹੜੇ ਪ੍ਰੋਗਰਾਮ ਪਰ ਇੱਕ ਗੱਲ ਪੱਕੀ ਹੈ ਕਿ ਪੰਜਾਬ ਚੇਂਜ 'ਚ ਖੜਾ ਹੈ ਤੁਸੀਂ ਪੰਜਾਬ ਚਲਾ ਹੀ ਨਹੀਂ ਸਕਦੇ ਬਗੈਰ ਨਈ ਚੀਜ਼ਾਂ ਕਰਨ ਤੋਂ ਰੈਵਨਿਊ ਕੱਟਣ ਤੋਂ ਬਿਨਾ ਸੋ ਦਿਸ ਇਜ਼ ਦਾ ਪੁਆਇੰਟ ਜਿਹੜਾ ਮੇਨ ਮੁੱਦਾ ਹੈ ਸਾਰੀ ਪਾਰਟੀਆਂ ਕੋਲ ਅਕਾਲੀ ਇਵਨ ਕੈਨ ਨਾਟ ਰਨ ਸੋ ਥੈਂਕ ਯੂ ਚੀਮਾ ਸਾਹਿਬ ਹਾਂਜੀ ਸਰ ਹਾਂਜੀ ਜਿੱਥੋਂ ਤੱਕ ਹੁਣ ਗੁਪਤਾ ਜੀ ਨੇ ਲਾਸਟ ਐਂਡ ਕੀਤਾ ਹੈਗਾ ਵੀ ਪੰਜਾਬ ਚੇਂਜ ਭਾਲਦਾ ਹੈਗਾ ਬਿਲਕੁਲ ਠੀਕ ਹੈ ਪੰਜਾਬ ਇਸੇ ਕਰਕੇ ਰਾਈਵਲ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਨੇ ਉਹਨਾਂ ਦੇ ਅਗੇਂਸਟ ਹੈ ਤੇ ਚੇਂਜ ਭਾਲਦੇ ਕਾਂਗਰਸ ਨੇ ਵੀ ਅਮਰਿੰਦਰ ਨੂੰ ਪਾਸੇ ਕਰਕੇ ਤੇ ਨਵਾਂ ਚਿਹਰਾ ਲਿਆ ਕੇ ਚੇਂਜ ਸ਼ੋਅ ਕਰਨੀ ਸੀ ਤਾਂ ਕਿ ਸਾਡੀ ਜਿਹੜੀ ਐਂਟੀ ਇਨਕਮੈਂਸੀ ਉਹ ਖਤਮ ਹੋ ਸਕੇ ਉਹਨੂੰ ਓਵਰਕਮ ਕਰ ਸਕੀਏ ਪਰ ਹੁਣ ਚੰਨੀ ਦੇ ਡਿਕਲੇਅਰ ਕਰਨ ਦੇ ਨਾਲ ਜਿਵੇਂ ਮੈਂ ਸਹਿਮਤ ਹਾਂ ਪਹਿਲੇ ਵਕਤਾਂ ਨਾਲ ਕਿ ਵੀ ਇਹ ਸਾਰੇ ਜਿਹੜਾ ਕੰਪਰੋਮਾਈਜ਼ ਹੈਗਾ ਜਿਹੜੀਆਂ ਕਰਪਟ ਪਾਰਟੀ ਸੀ ਜਿਹੜੇ ਲੀਡਰ ਸੀ ਜਿਹੜੇ ਚੇਂਜ ਦੀ ਪਹਿਲਾਂ ਗੱਲ ਕੀਤੀ ਸਿੱਧੂ ਲੈ ਕੀਤੀ ਸੀ ਕਿ ਜਿਹੜੇ ਗਲਤ ਲੀਡਰ ਨੇ ਉਹਨਾਂ ਦੀ ਸੀਟਾਂ ਕੱਟੀਆਂ ਜਾਣਗੀਆਂ ਪਰ ਅਖੀਰ ਕੰਪਰੋਮਾਈਜ਼ ਹੋਇਆ ਗਲਤ ਬੰਦੇ ਆਏ ਨੇ ਇਨਕਲੂਡਿੰਗ ਚੰਨੀ ਇਹ ਡਾਊਟ ਇਹ ਤੇ ਪੂਰੇ ਹੈਗੇ ਨੇ ਬਿਲਕੁਲ ਕਲੀਅਰ ਹੈ ਕਿ ਆਪ ਵੀ ਕਲੀਅਰ ਨਹੀਂ ਹੈਗਾ ਸੋ ਇਸ ਕਰਕੇ ਚੇਂਜ ਤਾਂ ਕੋਈ ਆਈ ਨਹੀਂ ਚੰਨੀ ਦੇ ਚਿਹਰਾ ਲਿਆਉਣਾ
ਸਿਰਫ ਇੱਕੋ ਇੱਕ ਮਕਸਦ ਸੀ ਜਿਹੜਾ ਕਿ ਉਹ 32% ਵੋਟ ਸ਼ੇਅਰ ਲੈਣ ਵਾਸਤੇ। ਅਦਰਵਾਈਜ਼ ਤਾਂ ਹੁਣ ਪਤਾ ਨਹੀਂ ਕੱਲ ਨੂੰ ਈਡੀ ਕੀ ਕੱਢਦੇ। ਉਹ ਸੁਣਿਆ ਇੱਕ ਸਟੇਟਮੈਂਟ ਆ ਗਈ ਕਿ ਉਹਦਾ ਭਤੀਜਾ ਜਿਹੜਾ ਉਹ ਸਟੇਟਮੈਂਟ ਦੇ ਚੁੱਕਾ ਕਿ ਟਰਾਂਸਫਰਾਂ ਦੇ ਤੇ ਰੇਤਾ ਦੇ ਪੈਸੇ ਹੈਗੇ। ਉਹ ਕਿੱਥੋਂ ਤੱਕ ਅੱਗੇ ਜਾਂਦਾ, ਕੱਲ ਨੂੰ ਕਿੰਨਾ ਡੈਮੇਜ ਕਰਦਾ। ਪਰ ਕਾਂਗਰਸ, ਮੈਂ ਪਿਛਲੀ ਵਾਰ ਵੀ ਇਹੀ ਕਿਹਾ ਸੀ ਕਿ ਕਾਂਗਰਸ ਕੋਲ ਚੁਆਇਸ ਨਹੀਂ ਹੈ ਸਿਵਾਏ ਕਿ ਚੰਨੀ ਨੂੰ ਡਿਕਲੇਅਰ ਕਰਨ ਦੇ। ਪਰ ਉਹਦੇ ਨਾਲ ਹੈ ਕਿ ਪੰਜਾਬ 'ਚ ਵੀ ਉਹਨਾਂ ਦਾ ਮੈਨੂੰ ਲੱਗਦਾ ਚਾਂਸ ਹੁਣ ਆਲਮੋਸਟ ਖਤਮ ਹੋ ਗਏ। ਪਰ ਉਹਨਾਂ ਵਾਸਤੇ ਪੰਜਾਬ ਸਟੇਟ ਤੇ ਨਹੀਂ, ਉਹਨਾਂ ਨੇ ਆਲ ਇੰਡੀਆ ਲੈਵਲ ਤੇ ਇਹਨੂੰ ਵਰਤਣਾ ਕਿ ਅਸੀਂ ਸੀਐਮ ਦਾ ਜਿਹੜਾ ਦਲਿਤ ਚਿਹਰਾ ਸੀ ਖੜਾ ਕੀਤਾ ਸੀਗਾ, ਉਹ ਖੜਾ ਕਰਨ ਲੱਗਿਆ ਹੀ ਗਲਤੀ ਹੋਈ ਹੈ। ਉੱਥੇ ਹੀ ਸਭ ਤੋਂ ਮਾਰ ਜਿਹੜੀ ਖਾਧੀ ਸਿੱਧੂ ਨੇ ਖਾਧੀ ਹੈਗੀ ਹੈ। ਮੈਂ ਉਹਨੂੰ ਬਹੁਤਾ ਸਿਆਣਾ ਪੋਲੀਟੀਕਲੀ ਨਹੀਂ ਸਮਝਦਾ। ਵੈਸੇ ਬਿਹੇਵੀਅਰ ਤਾਂ ਉਹਦਾ ਜਿਹੜਾ ਗਲਤ ਹੈ ਉਹ ਆਪਣੀਆਂ ਗਲਤੀਆਂ ਕਰਕੇ ਹੀ ਥੱਲੇ ਲੱਗਿਆ ਹੈਗਾ। ਜੇ ਉਹਨੂੰ ਪਤਾ ਹੁੰਦਾ ਤਾਂ ਜਿਸ ਤਰੀਕੇ ਨਾਲ ਸ਼ਾਰਟ ਟਰਮ ਅਰੇਂਜਮੈਂਟ ਕਰਨਾ ਸੀ ਤਾਂ ਬੈਸਟ ਇਹਨਾਂ ਕੋਲ ਆਪਸ਼ਨ ਸੀ ਜਾਖੜ ਦੀ। ਉਹਨੂੰ ਅਪੋਜ਼ ਨਹੀਂ ਸੀ ਕਰਨਾ, ਉਹਨੇ ਛੱਡਣ ਲੱਗਿਆ ਵੀ ਨਾ ਨਹੀਂ ਸੀ ਕਰਨੀ। ਉੱਥੋਂ ਲਿਆ ਕੇ ਇਹਨੇ ਸਮਝਿਆ ਵੀ ਚੰਨੀ ਸ਼ਾਇਦ ਸਭ ਤੋਂ ਵੀਕ ਕੈਂਡੀਡੇਟ ਹੈਗਾ, ਇਹਨੂੰ ਲਿਆ ਕੇ ਆਪਾਂ ਕਰਾਂਗੇ ਤਾਂ ਮੈਂ ਆਰਾਮ ਨਾਲ 3 ਮਹੀਨੇ ਬਾਅਦ ਕੈਂਡੀਡੇਟ ਬਣ ਕੇ ਚੱਲ ਜਾਵਾਂਗਾ। ਪਰ ਉਹ ਜਿਹੜਾ ਦਲਿਤ ਕਾਰਡ ਖੇਡ ਗਈ ਪਾਰਟੀ, ਉਹ ਦਲਿਤ ਕਾਰਡ ਤੋਂ ਨਿਕਲਣਾ ਇਹਦੇ ਲਈ ਬਹੁਤ ਔਖਾ ਸੀਗਾ। ਦੈਟਸ ਵਾਈ ਦੇ ਕੁਡਨਟ ਡੂ। ਤੇ ਇਸ ਕਰਕੇ ਹੁਣ ਮੈਨੂੰ ਜੋ ਅੱਜ ਦੀ ਸਿਚੁਏਸ਼ਨ ਹੈ, ਹੁਣ ਅੱਜ ਤਾਂ ਇਹਨਾਂ ਨੇ ਜੱਫੀਆਂ ਪਾ ਲਏ, ਸਭ ਕੁਝ ਕਰ ਲਿਆ, ਪਰ ਸਿੱਧੂ ਹੁਣ ਕਿੰਨੀ ਦੇਰ ਟੋਲਰੇਟ ਕਰੇਗਾ, ਰਹੇਗਾ। ਅਦਰਵਾਈਜ਼ ਵੀ ਜੇ ਵਿੱਚ ਵੀ ਰਹਿੰਦਾ ਤਾਂ ਸਿੱਧੂ ਦੀ ਪੁਸ਼ਨ ਖਤਮ ਹੈ ਕਾਂਗਰਸ ਦੇ ਵਿੱਚ। ਉਹਨੂੰ ਚਾਹੇ ਜੇ ਪਹਿਲੀ ਤਾਂ ਗੱਲ ਗਵਰਨਮੈਂਟ ਇਹਨਾਂ ਦੀ ਬਣਦੀ ਹੈ, ਬਣ ਵੀ ਜਾਂਦੀ ਹੈ ਤਾਂ ਉਹ ਚੱਲਣੀ ਤਾਂ ਫਿਰ ਉਸੇ ਗਰੁੱਪ ਦੀ ਹੈ ਜਿਹੜਾ ਆਲਰੇਡੀ ਅੱਗੇ ਕੰਟਰੋਲ ਕਰ ਰਿਹਾ। ਇਹ ਪਿਛਲੇ 5 ਸਾਲਾਂ ਤੋਂ ਸਾਰੇ ਗਰੁੱਪ ਹੀ ਸਿਰਫ ਕੈਪਟਨ ਨੂੰ ਛੱਡ ਕੇ ਇਹੀ ਗਰੁੱਪ ਸੀ ਪਿਛਲੇ। ਹੁਣ ਕਹਿੰਦੇ ਅਸੀਂ 111 ਦਿਨ ਚ ਕੀਤਾ, ਪਹਿਲਾਂ ਵੀ ਤਾਂ ਇਹੀ ਕੰਮ ਕਰਦੇ ਨੇ। ਸੁਖਜਿੰਦਰ ਰੰਧਾਵਾ ਬਣਿਆ ਸੀਗਾ, ਹੋਮ ਮਿਨਿਸਟਰੀ ਕਹਿ ਕੇ ਲਈ ਸੀ, ਤੇ ਉਹਨੇ ਕੀ ਕੰਮ ਕੀਤਾ? ਕੁਝ ਨਹੀਂ ਕੀਤਾ। ਸੋ ਇਹ ਤਾਂ ਜੇਲ ਹੈ। ਸੋ ਚੇਂਜ ਦੀ ਲਈ ਕੋਈ ਨਹੀਂ, ਉਹ ਐਂਟੀ ਇਨਕਮਬੈਂਸੀ ਖਤਮ ਕਰਨੀ ਸੀ, ਇਹਨਾਂ ਨੂੰ ਕੁਝ ਨਹੀਂ ਮਿਲਣਾ ਹੈਗਾ। ਸੋ ਸਿੱਧੂ ਦੀ ਪ੍ਰੋਬਲਮ ਇਹੀ ਹੈ ਕਿ ਉਹਦਾ ਜਿਹੜਾ ਬਿਹੇਵੀਅਰ ਹੈ ਉਹ ਇੰਪੇਸ਼ੈਂਟ ਹੈਗਾ ਆ, ਉਹਨੂੰ ਬੋਲਣ ਦਾ ਤਰੀਕਾ ਨਹੀਂ ਹੈਗਾ। ਇਹਨਾਂ ਚੀਜ਼ਾਂ ਕਰੇ ਉਹਦੇ ਕੋਲ ਇੱਕੋ ਹੀ ਸਟਰੈਂਥ ਸੀਗੀ ਪਾਰਟੀ 'ਚ, ਕਿਉਂਕਿ ਕੋਈ ਪਾਰਟੀ ਦੇ ਵਿੱਚ ਲੀਡਰ ਤਿਆਰ ਨਹੀਂ। ਆਪਾਂ ਕਹਿ ਦਿੰਦੇ ਜੀ ਜਦੋਂ ਉਹ ਪ੍ਰੈਜ਼ੀਡੈਂਟ ਬਣਾਇਆ ਸੀ 65-60 MLA ਨਾਲ ਸੀ, ਦੇਵਰ ਓਨਲੀ, ਕਿਉਂਕਿ ਹਾਈ ਕਮਾਂਡ ਨੇ ਕਿਹਾ ਸੀ। ਪਰ ਸਿੱਧੂ ਦਾ ਸਟਰੈਂਥ ਵੀ ਹਾਈ ਕਮਾਂਡ ਸੀ, ਔਰ ਇਹਨੇ ਹਾਈ ਕਮਾਂਡ ਨੂੰ ਆਪਣੇ ਆਪ ਹੀ ਅਨੋਏ ਕੀਤਾ ਓਪਨਲੀ, ਉਹਨਾਂ ਦੇ ਅਗੇਂਸਟ ਸਟੇਟਮੈਂਟਾਂ ਦੇ ਕੇ, ਉਹਨਾਂ ਨੂੰ ਕੌਨਫੀਡੈਂਸ ਨਾ ਲੈ ਕੇ, ਉਹਨਾਂ ਦੇ ਅਗੇਂਸਟ ਜਾ ਕੇ। ਤਾਂ ਹੁਣ ਸਿੱਧੂ ਦੀ ਸਟਰੈਂਥ ਕਿਹੜੀ ਰਹਿ ਗਈ? ਨਾ ਇਹਦੇ ਨਾਲ ਕੋਈ ਬੰਦਾ ਹੈਗਾ, ਟੀਮ ਵਰਕ ਉਹ ਹੈ ਨਹੀਂ, ਟੀਮ ਵਰਕ ਨਹੀਂ ਹੈਗਾ, ਤੇ ਸੈਂਟਰ ਤੋਂ ਜਿਹੜੀ ਹਾਈ ਕਮਾਂਡ ਤੋਂ ਸੀ ਉੱਥੋਂ ਵੀ ਸਪੋਰਟ ਇਹਦੇ 'ਚ ਖਤਮ ਹੋ ਗਈ। ਸੋ ਵਿਦਨ ਪਾਰਟੀ, ਔਰ ਦੂਸਰੀ ਪਾਰਟੀ ਜਾਣ ਜੋਗਾ ਹੈ ਨਹੀਂ। ਪਹਿਲਾਂ ਆਪ ਦੀ ਗੱਲ ਸੀ, ਆਪ ਵੀ ਕੇਜਰੀਵਾਲ ਨੇ ਨਹੀਂ ਸੀ ਲੈਣਾ ਇਹੋ ਜਿਹੇ ਬੰਦੇ ਨੂੰ, ਐਰੋਗੈਂਟ ਬੰਦੇ ਨੂੰ। ਨੋ ਲੀਡਰ ਕੈਨ ਅਫੋਰਡ। ਉਹ ਕੋਈ ਨਹੀਂ ਚਾਹੁੰਦਾ ਕਿ ਤਗੜਾ ਲੀਡਰ ਜਿਹੜਾ ਸਾਨੂੰ ਕਿੰਤੂ ਪਰੰਤੂ ਕਰੇ, ਕੋਈ ਵੀ ਪਾਰਟੀ ਐਕਸੈਪਟ ਨਹੀਂ ਕਰਦੀ, ਤੇ ਆਪਣੇ ਆਪ ਇਹ ਪਾਰਟੀ ਬਣਾਉਣ ਜੋਗਾ ਹੈ ਨਹੀਂ। ਸੋ ਇਸ ਕਰਕੇ ਮੈਂ ਤਾਂ ਇਹ ਸਮਝਦਾ ਕਿ ਕਾਂਗਰਸ ਪਾਸੇ ਲੂਜ਼ ਕਰ ਗਈ। ਥੈਂਕ ਯੂ ਜੀ ਕੁਮਾਰ ਜੀ, ਡਾਕਟਰ ਕੁਮਾਰ ਜੀ। ਫਿਰ ਵਜੀਦ ਜੀ ਆ ਜਾਣਾ ਤੁਸੀਂ, ਡਾਕਟਰ ਕੁਮਾਰ। ਹਾਂਜੀ ਹਾਂਜੀ। ਉਹ ਮੈਂ ਚੀਮਾ ਸਾਹਿਬ ਦੀਆਂ ਗੱਲਾਂ ਨਾਲ ਕਾਫੀ ਸਹਿਮਤ ਹਾਂ, ਲੇਕਿਨ ਇਹ ਜਿਹੜਾ ਚੰਨੀ ਨੂੰ ਚੀਫ ਮਿਨਿਸਟਰ ਬਣਾਉਣਾ, ਬੇਸ਼ੱਕ ਇਹਨਾਂ ਨੇ ਦਲਿਤ ਕਾਰਡ ਖਰੀਦੇ ਵਰਤਿਆ, ਬੇਸ਼ੱਕ ਸਿੰਧੂ ਸਾਹਿਬ ਨੇ ਸੋਚਿਆ ਸੀ ਕਿ ਕਮਜ਼ੋਰ ਕੈਂਡੀਡੇਟ ਹੈ, ਲੇਕਿਨ ਇੱਕ ਵਾਰੀ ਉਹ ਮੈਂ ਗੱਲ ਫੇਰ ਦੁਹਰਾਵਾਂਗਾ ਜਿਹੜੀ ਪਿਛਲੀ ਵਾਰੀ ਦੁਹਰਾਈ ਸੀ। ਕਹਿੰਦੇ ਨੇ ਵੀ ਜਦੋਂ ਗੁਲਾਮਾਂ ਨੂੰ ਗੁਲਾਮੀ ਦਾ ਅਹਿਸਾਸ ਕਰਾ ਦਿਓ ਨਾ, ਡਾਕਟਰ ਅੰਬੇਦਕਰ ਕਹਿ ਗਿਆ, ਤੇ ਉਹ ਆਪਣਾ ਹੀ ਗੁਲਾਮੀ ਦੇ ਆਸਾਰ ਨੂੰ ਪਹਿਚਾਨਣਾ ਸ਼ੁਰੂ ਕਰ ਦੇਣਗੇ। ਤੇ ਉਹ ਗੱਲ ਹੋਈ ਇਹਨਾਂ ਨਾਲ ਤੇ ਚੰਨੀ ਨੂੰ ਇਹ ਨਹੀਂ ਸੋਚਿਆ ਵੀ ਸ਼ਾਇਦ ਕਮਜ਼ੋਰ ਆਦਮੀ ਆ, ਪਰ ਉਹ ਨਿਕਲਿਆ ਕੁਛ ਹੋਰ। ਤੇ ਦੂਜਾ, ਇਹ ਕਾਂਗਰਸ ਦੀ, ਜਿੱਦਾਂ ਪਿਛਲੀ ਵਾਰੀ ਵੀ ਮੈਂ ਕਿਹਾ, ਇਹ ਕਾਂਗਰਸ ਦੀ ਮਜਬੂਰੀ ਬਣ ਗਈ ਹੈ ਕਿ ਕਾਂਗਰਸ ਦਾ ਕੁਛ ਨਹੀਂ ਰਹਿਣਾ ਸੀ ਜੇ ਚੰਨੀ ਨੂੰ ਚੀਫ ਮਿਨਿਸਟਰ ਡਿਕਲੇਅਰ ਨਹੀਂ ਕਰਦੇ ਪੰਜਾਬ 'ਚ। ਇਹਦੇ ਕਰਕੇ ਥੋੜਾ ਬਹੁਤ ਜਿਹੜੀ ਕਾਂਗਰਸ ਦੀ ਉਹ ਇੱਜ਼ਤ ਰਹਿ ਜਾਏਗੀ, ਕਿਉਂਕਿ ਕਾਂਗਰਸ ਥੋੜੀ ਵੋਟ ਨੰਬਰ ਦਿਖਾਉਣ ਦੇ ਵਿੱਚ ਕਾਮਯਾਬ ਹੋ ਜਾਏਗੀ ਚੰਨੀ ਦੇ ਆਉਣ ਦੇ ਨਾਲ। ਔਰ ਦੂਸਰੀ ਗੱਲ ਇਹ ਆ ਵੀ ਜਵਾਹਰ ਲਾਲ ਨਹਿਰੂ ਨੇ ਜਿੱਦਾਂ ਇਹਨੂੰ ਆਪਣੇ ਡਾਕਟਰ ਅੰਬੇਦਕਰ ਨੂੰ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਬਣਾਇਆ, ਤੇ ਡਾਕਟਰ ਅੰਬੇਦਕਰ ਨੂੰ ਜਦੋਂ ਲਾ ਮਿਨਿਸਟਰ ਬਣਾਇਆ, ਤੇ ਤੁਹਾਨੂੰ ਸਭਨਾਂ ਨੂੰ ਜਿਨ੍ਹਾਂ ਨੇ ਹਿਸਟਰੀ ਥੋੜੀ ਬਹੁਤ ਪੜ੍ਹੀ ਹੈ ਪਤਾ ਹੈਗਾ ਕਿ ਡਾਕਟਰ ਅੰਬੇਦਕਰ ਨੂੰ ਬਹੁਤ ਜ਼ਿਆਦਾ ਲੋਕ ਜਿਹੜੇ ਆ ਲਾਈਕ ਨਹੀਂ ਕਰਦੇ ਨਹਿਰੂ ਦੀ ਗਵਰਨਮੈਂਟ ਦੇ ਵਿੱਚ, ਰਾਈਟ, ਇਨਕਲੂਡਿੰਗ ਗਾਂਧੀ। ਤੇ ਉਹਨਾਂ ਨੂੰ ਇਹਨੂੰ ਟੋਲਰੇਟ ਕਰਨਾ ਪਿਆ ਕਿਉਂਕਿ ਜਵਾਹਰ ਲਾਲ ਨਹਿਰੂ ਇਹਦੇ ਨਾਲ ਸੀ। ਤੇ ਉਹੀ ਗੱਲ ਹੁਣ ਇਹਨੇ ਦੂਸਰੇ ਨੇ, ਰਾਹੁਲ ਗਾਂਧੀ ਨੇ ਥੋੜਾ ਜਿਹਾ ਸਿੱਖਣ ਦੀ ਕੋਸ਼ਿਸ਼ ਕੀਤੀ ਆ, ਮੈਨੂੰ ਲੱਗਦਾ
ਵੀ ਜਿਹੜਾ ਇਹ ਕਿਉਂਕਿ ਦੇਖਿਆ ਜਾਏ ਸ਼ੁਰੂ ਤੋਂ ਜਿਹੜੀ ਨੰਬਰ ਦੀ ਗੇਮ ਹੈ, ਕਾਂਗਰਸ ਪਾਰਟੀ ਜਿੱਤੀ ਆਉਂਦੀ ਸੀ, ਬਿਲਕੁਲ ਇਹ ਦਲਿਤ ਵੋਟ ਦੇ ਉੱਤੇ ਜਿੱਤੀ ਆਉਂਦੀ ਸੀ। ਜਦੋਂ ਦੀ ਦਲਿਤ ਵੋਟ ਡਿਵਾਈਡ ਹੋਈ ਹੈ, ਉਦੋਂ ਦੀ ਕਾਂਗਰਸ ਪਾਰਟੀ ਜਿਹੜੀ ਆ ਉਹ ਫਾੜੋ ਫਾੜ ਹੋ ਗਈ, ਠੀਕ ਹੈ ਨੇ। ਤੇ ਇਸ ਕਰਕੇ ਚੰਨੀ ਦਾ ਜਿਹੜਾ ਦੌਰ ਖੇਲਿਆ ਹੈਗਾ, ਇਹਨਾਂ ਨੇ ਬਹੁਤ ਹੀ ਮੈਂ ਕਹਾਂਗਾ ਵੀ ਚੰਗਾ ਖੇਲਿਆ ਹੈਗਾ। ਔਰ ਇਹਦੇ ਨਾਲ ਜਿੱਦਾਂ ਚੰਨੀ ਨੇ 2-4 ਗੱਲਾਂ ਕੀਤੀਆਂ ਜਿਹੜੀਆਂ ਕਿ ਮੈਨੂੰ ਬਹੁਤ ਚੰਗੀਆਂ ਲੱਗੀਆਂ, ਮੈਂਟਲ ਹੈਲਥ ਦੇ ਸਟੂਡੈਂਟ ਹੋਣ ਦੇ। ਇੱਕ ਉਹਨੇ ਕਿਹਾ ਵੀ ਮੈਂ ਆਪਣਾ ਕੋਈ ਨਵਾਂ ਬਿਜ਼ਨਸ ਨਹੀਂ ਕਰਾਂਗਾ ਤੇ ਆਪਣਾ ਕੋਈ ਨਵਾਂ ਘਰ ਨਹੀਂ ਬਣਾਵਾਂਗਾ, ਪ੍ਰਾਪਰਟੀ ਨਹੀਂ ਬਣਾਵਾਂਗਾ। ਕਿਹਾ ਨਾ ਇਹ 2 ਗੱਲਾਂ, ਬਿਲਕੁਲ ਠੀਕ ਹੈ। ਉਹ ਗੱਲਾਂ ਜਿਹੜੀਆਂ 2 ਕਹੀਆਂ, ਮੈਂ ਉਹਨੂੰ ਇਹ ਕਹਾਂਗਾ ਚੰਨੀ ਸਾਹਿਬ ਨੂੰ ਵੀ ਤੁਸੀਂ ਰੱਜ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰੋ। 1 ਲੱਖ ਰੁਪਈਆ ਤਾਂ ਮੈਂ ਤੁਹਾਨੂੰ ਚੀਫ ਮਿਨਿਸਟਰ ਬਣ ਤੋਂ ਮਹੀਨੇ ਦਾ ਦਿਆ ਕਰਾਂਗਾ, ਜੇ ਤੁਸੀਂ ਲੋਕਾਂ ਦੀ ਸੇਵਾ ਕਰੋਗੇ। ਸੇਵਾ ਕਰੋ, ਬਿਊਟੀਫੁਲ ਡਾਕਟਰ ਸਾਹਿਬ, ਕਮਾਲ ਕਰਦੇ। ਹਾਂਜੀ, ਬਿਊਟੀਫੁਲ। ਮੈਂ ਤੁਹਾਡੇ ਕੋਲ ਵਾਪਸ ਆ ਰਿਹਾ ਹਾਂ। ਬਿਲਕੁਲ ਕੁਮਾਰ ਸਾਹਿਬ, ਤੁਸੀਂ ਬਿਲਕੁਲ ਠੀਕ ਗੱਲ ਕੀਤੀ ਆ। ਬਲਜੀਤ ਚੂਰ ਜੀ। ਹਾਂਜੀ, ਥੈਂਕ ਯੂ ਜੀ। ਜਿਹੜੀ ਸਿਚੁਏਸ਼ਨ ਪੰਜਾਬ ਦੀ, ਜਿੱਦਾਂ ਦੋਨੋਂ ਤੋਂ ਪਹਿਲਾਂ ਵੀ ਜਿਹੜੇ ਸਪੀਕਰ ਕਹਿ ਚੁੱਕੇ ਆ ਕਿ ਸਿਚੁਏਸ਼ਨ ਬਹੁਤ ਹੀ ਗੰਦਲੀ ਹੋਈ ਪਈ ਹੈ। ਜਿੱਦਾਂ ਉਹ ਕਹਿ ਰਹੇ ਆ ਕਿ ਰਾਜੇਵਾਲ ਨੇ ਬਿਆਨ ਦਿੱਤਾ ਹੈ ਕਿ ਕੇਜਰੀਵਾਲ ਪੈਸੇ ਦੇ ਕੇ ਸੀਟਾਂ ਦੇ ਰਿਹਾ। ਸਿਚੁਏਸ਼ਨ ਇਹ ਹੋਈ ਹੈ ਪੰਜਾਬ ਦੇ ਵਿੱਚ ਕਿ ਸੀਟਾਂ ਬਹੁਤੀਆਂ ਤੇ ਕੈਂਡੀਡੇਟ ਥੋੜੇ ਆ। ਸੋ ਕਿਸੇ ਬੰਦੇ ਨੂੰ ਪੈਸੇ ਦੇਣ ਦੀ ਕਿਸੇ ਨੂੰ ਕੋਈ ਲੋੜ ਨਹੀਂ ਹੈਗੀ। ਤੇ ਰਾਜੋਵਾਲ ਨੂੰ ਇਹ ਸਟੇਟਮੈਂਟ ਬਿਲਕੁਲ ਵੀ ਨਹੀਂ ਸੀ ਦੇਣੀ ਚਾਹੀਦੀ, ਜਿਹੜੀ ਸਿਚੁਏਸ਼ਨ ਦੇ ਵਿੱਚ ਕਿਸਾਨ ਇਸ ਟਾਈਮ ਦੇ ਉੱਤੇ ਹੈਗੇ ਆ ਕਿ ਬੇਅਰਲੀ ਦੇ ਗॉट देयर ਆਪਣਾ ਉਹਨਾਂ ਨੂੰ ਨਿਸ਼ਾਨ ਅਜੇ ਹੁਣ ਮਿਲਿਆ, ਦੇ ਬੇਅਰਲੀ ਗॉट ਦਾ ਨਿਸ਼ਾਨ ਜਿਹਦੇ ਤੇ ਉਹਨਾਂ ਨੇ ਇਲੈਕਸ਼ਨ ਲੜਨੀ ਹੈ। ਉਹਨਾਂ ਨੇ ਅਜੇ ਕੈਂਪੇਨ ਵੀ ਕੋਈ ਸ਼ੁਰੂ ਨਹੀਂ ਕੀਤੀ, ਕੁਝ ਵੀ ਨਹੀਂ ਹੋਇਆ, ਕਿਤੇ ਵੀ ਨਹੀਂ ਗਏ ਅਜੇ। ਤੇ ਐਦਾਂ ਦੀ ਜਿਹੜੀ ਸਟੇਟਮੈਂਟ ਹੈਗੀ ਆ ਉਹ ਆਲਰੇਡੀ ਡੈਮੇਜਿੰਗ ਹੈ ਉਹਨਾਂ ਵਾਸਤੇ। ਸੋ ਜਿਹੜੀ ਦੂਸਰੀ ਗੱਲ ਆਪਾਂ ਚੰਨੀ ਦੀ ਗੱਲ ਕਰ ਰਹੇ ਹਾਂ, ਬਿਟਵੀਨ ਚੰਨੀ ਐਂਡ ਸਿੱਧੂ, ਕਾਂਗਰਸ ਦੇ ਕੋਲੇ ਮੇਰੇ ਹਿਸਾਬ ਨਾਲ ਬਹੁਤੀਆਂ ਚੋਇਸਸ ਬਚੀਆਂ ਨਹੀਂ ਸੀਗੀਆਂ, ਕਿਉਂਕਿ ਸਿੱਧੂ ਜਿਹੜੇ ਹੈਗੇ, ਜਿਹੜੀ ਮੇਰੀ ਥਿੰਕਿੰਗ ਹੈ ਉਹ ਇਹ ਹੈਗੀ ਆ ਕਿ ਸ਼ਾਇਦ ਕਾਂਗਰਸ ਇਹਦੇ ਵਿੱਚ ਵੀ ਇੱਕ ਆਪਣਾ ਬੈਨੀਫਿਟ ਦੇਖ ਰਹੀ ਹੈ, ਕਿਉਂਕਿ ਉਹ ਸਿੱਧੂ ਤੇ ਸਪੈਸ਼ਲੀ ਜਾਖੜ ਨੂੰ ਕਲੀਨ ਰੱਖਣਾ ਚਾਹੁੰਦੇ ਆ। ਕਿਉਂਕਿ ਚੰਨੀ ਦਾ ਜਿਹੜਾ ਹੈਗਾ ਪਾਰਟ, ਉਹਦਾ ਕੋਈ ਪਤਾ ਨਹੀਂ ਹੈਗਾ ਕਿ ਉਹ ਜਿਹੜੀ ਹੈਗੀ ਹੈ, ਜਿਹੜੇ ਉਹਦੇ ਤੇ ਐਲੀਗੇਸ਼ਨ ਲੱਗੇ, ਉਹਦਾ ਕੀ ਰਿਜ਼ਲਟ ਨਿਕਲਣਾ ਤੇ ਕਿਸ ਤੇ ਜਾ ਸਕਦੀ ਹੈ। ਸੋ ਉਹਨਾਂ ਨੂੰ ਰਿਪਲੇਸ ਕਰਨ ਵਾਸਤੇ ਵੀ ਉਹਨੂੰ ਚਾਹੀਦਾ, ਉਹਨਾਂ ਨੂੰ ਕੋਈ ਹੈਂਡੀ ਜਿਹੜਾ ਖੜਾ ਹੋਵੇ। ਸੋ ਉਹ ਸਿੱਧੂ ਤੇ ਜਾਖੜ ਨੂੰ ਦੋਨਾਂ ਨੂੰ ਉਹਦੇ ਵਿੱਚ ਵਰਤਣਗੇ। ਤੇ ਅਜੇ ਬਹੁਤਾ ਉਹਨਾਂ ਨੂੰ ਕੰਟਰੋਵਰਸੀਅਲ ਅਜੇ ਨਹੀਂ ਬਣਾਉਣਾ ਚਾਹੁੰਦੇ। ਬਣਾਉਣਗੇ ਤਾਂ ਉਹਦੇ ਉੱਤੇ ਐਲੀਗੇਸ਼ਨ ਵੀ ਲੱਗਣਗੇ, ਨਾਲ ਦੀ ਨਾਲ ਉਹਨਾਂ ਦੀ ਪੋਸਟਮਾਰਟਮ ਵੀ ਹੋਣਾ ਸ਼ੁਰੂ ਹੋ ਜਾਣਾ ਉਹਨਾਂ ਦਾ ਨਾਲ ਦੀ ਨਾਲ। So that way they can stay a little bit away from that, ਤੇ ਥੋੜਾ ਜਿਹਾ ਉਹਨਾਂ ਨੂੰ ਟਾਈਮ ਮਿਲ ਜਾਊਗਾ ਬਿਲਡ ਅਪ ਕਰਨ ਵਾਸਤੇ। ਕਾਂਗਰਸ ਇਟ ਕੈਨ ਗੋ ਇਨਟੂ ਕਾਂਗਰਸ ਫੇਵਰ। ਸੋ ਜਿਹੜਾ ਚੰਨੀ ਹੈਗਾ ਉਹਦਾ ਜਿਹੜਾ ਰਿਲੇਸ਼ਨਸ਼ਿਪ, ਇਟ ਸੀਮਸ ਲਾਈਕ देयर इज ਸਮਥਿੰਗ ਗੋਇੰਗ ਔਨ। ਜੇ ਤੁਸੀਂ ਕਹੋ ਕਿ ਭਾਂਜੇ ਦਾ ਬਿਜ਼ਨਸ ਦਾ ਪਤਾ ਨਹੀਂ ਲੱਗਿਆ ਉਹਨੂੰ, ਹੀ ਵਾਸ ਨਾਟ ਲਿਵਿੰਗ ਇਨ ਅ ਬਬਲ ਔਰ ਸਮਥਿੰਗ, ਆਲ ਅਰਾਊਂਡ ਉਹਦੇ ਹੋ ਰਿਹਾ ਸੀਗਾ। ਇੱਕ ਤੁਹਾਡਾ ਭਾਂਜਾ ਉਹ ਸਡਨਲੀ ਰਿਚ ਬਣ ਰਿਹਾ, ਹਾਊ ਡੂ ਯੂ ਡੋਂਟ ਨੋ ਦੈਟ। ਸੋ ਉਹਦਾ ਇਹ ਕਹਿਣਾ ਕਿ ਉਹਨੂੰ ਪਤਾ ਨਹੀਂ ਸੀ ਜਾਂ ਕਿਸ ਤਰ੍ਹਾਂ, ਉਹਦਾ ਤਾਂ ਰਿਲੇਟਿਵ ਹੈ, ਉਹਨੇ ਚੈੱਕ ਨਹੀਂ ਕੀਤਾ। ਦੈਟ ਵਾਸ ਹਿਸ ਡਿਪਾਰਟਮੈਂਟ ਟੂ ਚੈੱਕ ਇਟ, ਸੋ ਹੀ ਡਿਡਨਟ ਡੂ ਦੈਟ। ਸੋ ਕਿਤੇ ਨਾ ਕਿਤੇ ਉਹ ਉਹਦੇ ਚ ਹੈਗਾ। ਸੋ ਦਿਸ ਇਜ਼ ਦ ਸਿਚੁਏਸ਼ਨ। ਸੋ ਲੈਟਸ ਸੀ ਵਾਟ ਆਰ ਤੇ ਮੇਰੇ ਹਿਸਾਬ ਨਾਲ ਵੀ ਇਹਨਾਂ ਨੇ ਯਾਨੀ ਕਿ ਇੱਕ ਕੈਂਡੀਡੇਟ ਅਨਾਉਂਸ ਕਰਕੇ ਇਹਨਾਂ ਨੇ ਪਾਰਟੀ ਬਲੰਡਰ ਦੇ ਵਿੱਚ ਲਿਆਂਦੀ ਹੈਗੀ ਆ। ਇਹਦਾ ਇਹਨਾਂ ਨੂੰ ਖਮਾਜਾ ਭੁਗਤਣਾ ਪੈਣਾ ਹੈਗਾ। ਹਾਲੇ ਕਿ ਜੇ ਇਹ ਕੰਟੀਨਿਊ ਕਰੀ ਜਾਂਦੇ ਵੀ 3 ਫੇਜ਼ਾਂ ਦੇ ਇਲੈਕਸ਼ਨ ਲੜਦੇ ਤਾਂ ਦੇ ਮੇ ਬੀ ਇਨ ਬੈਟਰ ਪੋਜੀਸ਼ਨ ਦੈਨ ਦਿਸ ਵੇ। ਕਿਉਂਕਿ ਜੇ ਹੁਣ ਅਸੀਂ ਹਾਂ ਠੀਕ ਹੈ ਵੀ ਉਹਨਾਂ ਨੂੰ ਬੈਨੀਫਿਟ ਲੱਗ ਰਿਹਾ ਹੈਗਾ ਵੀ ਸਾਨੂੰ ਐਸੀ ਵੋਟ ਆ ਸਕਦੀ ਹੈਗੀ ਆ, ਪਰ ਇਹਦੇ ਚ ਤੁਹਾਨੂੰ ਇਹ ਵੀ ਕੈਲਕੂਲੇਸ਼ਨ ਕਰਨੀ ਪੈਣੀ ਹੈਗੀ, ਐਸਸੀ ਦੇ ਵਿੱਚ ਵੀ 42 ਗਰੁੱਪ ਹੈਗੇ ਆ। So every party is going to taking a share of their votes. That is, Channi is posted as a SC candidate. That doesn't mean all the votes goes to Channi. That's right.
ਹਾਂ ਠੀਕ ਹੈ ਵੀ ਉਹਨਾਂ ਦਾ ਮੇ ਬੀ ਲੌਂਗ ਟਰਮ ਗੋਲ ਹੋਵੇ ਵੀ ਅਸੀਂ ਗਾਂ ਨੂੰ, ਪਰ ਇਹਦੇ ਨਾਲ ਜੇ ਇਤੋਂ ਪੰਜਾਬ ਚੋਂ ਕਾਂਗਰਸ ਖਤਮ ਹੋ ਗਈ, ਇਹ ਨਾ ਕਾਂਗਰਸ ਗਵਰਨਮੈਂਟ ਬਣੀ, ਤਾਂ ਇਹਨਾਂ ਦਾ ਵਾਈਪ ਆਊਟ ਇੰਡੀਆ ਦੇ ਵਿੱਚੋਂ ਵੀ ਹੋ ਜਾਣਾ ਛੇਤੀ, ਕੋਈ ਬੜਾ ਲੰਮਾ ਸਮਾਂ ਨਹੀਂ ਲੱਗਣਾ ਹੈਗਾ। ਤੇ ਜਿਹੜੀ ਚੀਜ਼ ਹੈਗੀ ਆ, ਬਾਕੀ ਨਾ ਤਾਂ ਕੋਈ ਪਾਰਟੀ ਨਾ ਕੋਈ ਲੀਡਰ ਚਾਹੁੰਦਾ ਹੈਗਾ ਬਈ ਪੰਜਾਬ ਦਾ ਭਲਾ ਹੋਵੇ, ਉਹ ਸਭ ਆਪਦਾ ਭਲਾ ਦੇਖ ਰਹੇ ਹੈਗੇ ਆ। ਉਸੇ ਕਰਕੇ ਉਹ ਜਿਹੜੀ ਇਹ ਲੌਬੀ ਵੀ ਹੁਣ ਚੰਨੀ ਦੇ ਅਗੇਂਸਟ ਮਗਰ ਇਕੱਠੀ ਹੋਈ ਸੀਗੀ, ਉਹਨਾਂ ਨੂੰ ਪਤਾ ਵੀ ਇਸ ਬੰਦੇ ਨੂੰ ਅਸੀਂ ਟਵਿਸਟ ਕਰ ਸਕਦੇ ਹੈਗੇ ਆ ਤਾਂ ਕਿ ਅਸੀਂ ਮੇਕ ਏ ਮਨੀ। ਹੁਣ ਕਿੰਨੇ ਇਸ਼ੂ ਅਸੀਂ ਡੇਲੀ ਬੇਸਿਸ ਤੇ ਸੁਣਦੇ ਹੈਗੇ ਪੰਜਾਬ ਤੇ, ਹੂ ਇਜ਼ ਵਿਲਿੰਗ ਟੂ ਟੇਕ ਐਨ ਸਟੈਪ ਔਨ ਦੈਟ ਵਨ। ਉਹਦੇ ਚ ਇੱਕ ਇਕੱਲਾ ਸਿੱਧੂ ਸੀਗਾ, ਹਾਂ ਠੀਕ ਹੈ, ਉਹਦੇ ਚ ਕਈ ਉਹਦੀਆਂ ਖਾਮੀਆਂ ਹੈਗੀਆਂ। ਅੱਗੇ ਵੀ ਮੈਂ ਕਿਹਾ ਹੈਗਾ ਵੀ ਇਹ ਬੰਦਾ 100% ਕੋਈ ਵੀ ਪਰਫੈਕਟ ਨਹੀਂ ਹੈਗਾ, ਉਹਦੀਆਂ ਜਿਹੜੀਆਂ ਆਪਦੀ ਬੋਲਣ ਦੀ ਉਹਦੀ ਖਾਮੀਆਂ ਹੈਗੀਆਂ, ਪਰ ਜਿਹੜਾ ਉਹ ਪ੍ਰੋਜੈਕਟ ਕਰ ਰਿਹਾ ਸੀਗਾ ਜਾਂ ਪੰਜਾਬ ਮਾਡਲ ਜਾਂ ਕੁਝ ਵੀ ਹੈਗਾ, ਉਹ ਕਿਸੇ ਇੱਕ ਰਾਈਟ ਡਾਇਰੈਕਸ਼ਨ ਨਾਲ ਦੇ ਰਿਹਾ ਸੀਗਾ। ਇਟ ਇਜ਼ ਆਲਵੇਜ਼, ਹੁਣ ਆਪਾਂ ਪਹਿਲਾਂ ਵੀ ਡਿਸਕਸ਼ਨ ਕਰਕੇ ਹਟੇ ਆ, ਜਦੋਂ ਵੀ ਕੋਈ ਚੀਜ਼ ਤੁਸੀਂ ਸਹੀ ਬੰਦਾ ਕੋਈ ਕੰਮ ਕਰਨਾ ਚਾਹੁੰਦਾ ਹੈਗਾ, ਉਹਨੂੰ ਆਲਵੇਜ਼ ਚੈਲੰਜਸ ਆਉਂਦੇ ਹੈਗੇ ਆ। ਤੇ ਨਾਲੋਂ ਸਪੈਸ਼ਲੀ ਜਿਹੜਾ ਸੌਕ ਫੈਮਿਲੀ ਹੈਗੀ ਆ ਜਿਹੜੀ ਪੰਜਾਬ ਨੂੰ ਰਨ ਕਰ ਰਹੀ ਹੈਗੀ ਆ, they don't want to close their businesses. That is the bigger point here, and I'm not sure like how much is going to be gain as announcing a chief minister. ਜੇ ਉਹ ਬਿਨਾਂ chief minister ਤੋਂ ਜਾਂਦੇ, I think they may be a preferred way and maybe form the government. ਹੁਣ still ਇਹਨਾਂ ਦਾ ਵੱਡਾ competition ਹੈਗਾ ਵੀ ਆਪ ਦੇ ਨਾਲ। ਹੁਣ ਕਈ ਜਿਹੜੇ even upper class is going to be maybe not voting for Congress, they may shift into somebody else. That is another question comes to be why we are voting for Channi. Thank you ਜੀ। ਪਸ਼ੌਰਾ ਸਿੰਘ ਜੀ, ਹੁਣ ਤੁਸੀਂ ਸਿੱਧੂ ਉਹ ਰਾਜੇਵਾਲ ਤੇ ਜਾਇਓ, ਤੁਸੀਂ ਸਿੱਧੂ ਦਾ ਹੀ ਕੰਮ ਕਰਦੀ ਆ, ਆਪਾਂ ਥੋੜਾ ਜਿਹਾ ਉੱਤੇ ਲਿਆਓ ਥੋੜਾ ਜਿਹਾ ਸਵਾਲ। ਗੈਰੀ ਜੀ ਤੁਸੀਂ ਇਹ ਉਠਾਇਆ ਕਿ ਸਿੱਧੂ ਹੁਣ ਕੀ ਕਰੇਗਾ। ਹਾਂ, ਸਵਾਲ ਇਹ ਵੀ ਉੱਠਿਆ ਕਿ ਸਿੱਧੂ ਫੇਲ ਹੋ ਗਿਆ, ਉਹ ਆਪਣੇ ਬਿਹੇਵੀਅਰ ਕਰਕੇ, ਆਪਣੇ ਬੜਬੋਲਾ ਕਰਕੇ, ਜਾਂ ਉਹਦੀ ਉਹ ਇਜ਼ ਨਾਟ ਏ ਮੈਚੁਰ ਪੋਲੀਟੀਸ਼ੀਅਨ, ਉਹ ਫੇਲ ਹੋ ਗਿਆ। ਮੈਂ ਸਮਝਦਾ ਕਿ ਸਿੱਧੂ ਫੇਲ ਨਹੀਂ ਹੋਇਆ, ਸਿੱਧੂ ਦਾ ਅਜੇ ਵਕਤ ਨਹੀਂ ਆਇਆ। ਸਵਾਲ ਇਹ ਕਿ ਸਿੱਧੂ ਹੁਣ ਕੀ ਕਰੇਗਾ, ਇਹ ਇਸ ਗੱਲ ਤੇ ਡਿਪੈਂਡ ਕਰਦਾ ਹੈ ਕਿ ਪੰਜਾਬ ਕੀ ਕਰੇਗਾ, ਚੰਨੀ ਸਾਹਿਬ ਕੀ ਕਰਦੇ ਆ। ਚੰਨੀ ਸਾਹਿਬ ਦੇ ਸਿਰ ਤੇ ਇਤਿਹਾਸਿਕ ਜ਼ਿੰਮੇਵਾਰੀ ਆ ਪਈ ਆ। ਵੇਖੋ ਪਿਛਲੇ 70-75 ਸਾਲ ਤੋਂ ਸਭ ਜਨ ਸੁਧਾਰਨ ਜਿਹੜਾ ਨਾ, ਉਹਨਾਂ ਨੂੰ ਛੱਡ ਕੇ ਜਿਹੜੇ ਪਾਰਟੀਆਂ ਨਾਲ ਪੱਕੇ ਤੌਰ ਤੇ ਵੱਜੇ ਨੇ, ਤੇ ਉਹਨਾਂ ਨੇ ਉਧਰ ਹੀ ਜਾਣਾ, ਭਾਵੇਂ ਉਹਨਾਂ ਵੱਲੋਂ ਊਠ ਵੀ ਖਲੋਤਾ ਹੋਵੇ ਨਾ, ਉਹਨਾਂ ਉਧਰ ਹੀ ਵੋਟ ਪਾਉਣੀ ਹੈ। ਉਹਨਾਂ ਨੂੰ ਛੱਡ ਕੇ ਆਮ ਜਨਤਾ ਜਿਹੜੀ ਹੈ ਨਾ, ਉਹ ਸਮਝਦੀ ਹੈ ਕਿ ਪੰਜਾਬ ਇਜ਼ ਐਟ ਏ ਕ੍ਰਾਸ ਰੋਡ, ਪੰਜਾਬ ਇਜ਼ ਇਨ ਏ ਟਰਮੋਇਲ, ਔਰ ਇਟ ਸ਼ੁੱਡ ਹੈਵ ਏ ਨਿਊ ਡਾਇਰੈਕਸ਼ਨ। ਤੇ ਉਹ ਜਿਹੜੀ ਡਾਇਰੈਕਸ਼ਨ ਜਿਹੜੀ ਹੈ ਨਾ, ਉਹ ਹੁਣ ਚੰਨੀ ਸਾਹਿਬ ਕਿੰਨੀ ਦੇ ਸਕਣਗੇ, it will depend on that ਕਿ ਸਿੱਧੂ ਕੀ ਕਰੇਗਾ। ਸਿੱਧੂ ਕਾਂਗਰਸ ਛੱਡ ਕੇ ਜਾਣ ਵਾਲਾ ਨਹੀਂ, ਸਿੱਧੂ ਜਿਹੜਾ ਨਾ ਇੱਥੇ ਹੀ ਸ਼ਹੀਦ ਹੋਵੇਗਾ। ਤੇ ਪਰ ਸਿੱਧੂ ਆਪਣਾ ਕੰਮ ਉਹੀ ਕਰੇਗਾ ਜਿਹੜਾ ਉਹ ਪਹਿਲਾਂ ਕਰਦਾ ਰਿਹਾ ਸੀ, ਜੇ ਸਰਕਾਰ ਉਸੇ ਪਾਸੇ ਵੱਲ ਨੂੰ ਚੱਲੇ। ਮੈਂ ਸਮਝਦਾ ਕਿ ਇਸ ਵੇਲੇ ਜਿਹੜਾ ਨਾ, ਜੇ ਆਪਾਂ ਇਹ ਮੰਨਦੇ ਹਾਂ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਆ, ਤੇ ਫਿਰ ਸਿੱਧੂ ਮੁਤਾਬਕ ਨਵੀਂ ਦਿਸ਼ਾ ਜਿਹੜੀ ਆ ਉਹ ਮੁੱਦਿਆਂ ਤੇ ਆਧਾਰਿਤ ਸਰਬੱਤ ਦੇ ਭਲੇ ਵੱਲ ਮੋੜਨ ਦੀ ਲੋੜ ਸੀ, ਉਧਰ ਹੋਣੀ ਚਾਹੀਦੀ ਸੀ। ਵੋਟਾਂ ਦੀ ਰਾਜਨੀਤੀ ਕਰਦੇ ਪਹਿਲਾਂ ਹਿੰਦੂ ਸਿੱਖ ਨਖੇੜ ਕੇ ਬਹੁਤ ਕੁਝ ਵੇਖ ਲਿਆ, ਨੇੜੇ ਲਿਆਉਣ ਦੀ ਬਜਾਏ ਇਹਨਾਂ ਵਿੱਚੋਂ ਹੁਣ ਇੱਕ ਹੋਰ ਧਿਰ ਨੂੰ ਵੋਟਾਂ ਖਾਤਰ ਪੈਦਾ ਕਰ ਲਿਆ। ਉਹਨਾਂ ਗੁਰੂਆਂ ਪੀਰਾਂ ਦੀ ਰਜ਼ਾ ਵਿੱਚ ਕਿਵੇਂ ਹੋ ਸਕੇਗਾ ਉਹ ਪੰਜਾਬ, ਜਿਨ੍ਹਾਂ ਦੀ ਦਲੀਲ ਤੇ ਇਹ ਡਰਦੇ ਮਾਰੇ ਸਾਰੇ ਨੱਕ ਰਗੜਦੇ ਨੇ ਤੇ ਕੰਮ ਉਹਦੇ ਉਲਟ ਕਰਦੇ ਨੇ, ਬਾਹਰ ਆ ਕੇ ਕਾਰੇ ਜਿਹੜੇ ਉਹਨਾਂ ਦੇ ਬਿਲਕੁਲ ਉਹਦੇ ਵਿਰੋਧ ਵਿੱਚ ਨੇ। ਚੇਤਨਾ ਵੱਲ ਮੁੜਦੇ ਆ, ਤੁਸੀਂ ਆਖੋਗੇ ਚੇਤਨਾ ਦੀ ਗੱਲ ਨਹੀਂ ਅੱਜ ਕੀਤੀ ਤੋਂ, ਚੇਤਨਾ ਵੱਲ ਮੁੜਦੇ ਆ। ਚੇਤਨਾ ਅੱਜ ਜ਼ਖਮੀ ਜ਼ਰੂਰ ਹੋਈ ਹੈ, ਪਰ ਇਹ ਮਰੀ ਨਹੀਂ। ਇਤਿਹਾਸ ਗਵਾਹ ਹੈ ਕਿ ਚੇਤਨਾ ਜਾਗ ਪਏ ਨਾ ਤੇ ਉਹ ਮਾਰੀ ਜਾ ਹੀ ਨਹੀਂ ਸਕਦੀ, ਉਹਦੇ ਸਿਰਾ ਵੱਜਦਾ ਹੀ ਵੱਜਦਾ। ਜੇ ਮੇਰੇ ਵਿਚਾਰ ਵਿੱਚ ਮਜ਼ਦੂਰ ਕਿਸਾਨ ਸੰਘਰਸ਼ ਮੋਰਚੇ ਵਾਲਿਆਂ ਨੂੰ ਦੇ ਇਹ ਸਿਰਾ ਜਿਹੜਾ ਉਹਨਾਂ ਦੇ ਹਿੱਸੇ ਆਵੇਗਾ, ਅਲਟੀਮੇਟਲੀ ਟਾਈਮ ਕਿੰਨਾ ਵੀ ਲੱਗੇ, ਤੇ ਮੈਂ ਉਹਨਾਂ ਵਾਸਤੇ 4 ਲਾਈਨਾਂ ਲਿਖੀਆਂ, ਉਹਦੇ ਨਾਲ ਮੈਂ ਆਪਣਾ ਵਿਰਾਮ ਦੇਵਾਂਗਾ। ਤੇ ਉਹਨਾਂ ਨੂੰ ਮੁਖਾਤਬ ਆ ਕਿ ਕਿਸਾਨ ਸਭਾਵਾਂ ਮਜ਼ਦੂਰ ਕਿਸਾਨਾਂ ਨੂੰ, ਜਿਹਦੇ ਵਿੱਚ ਸਾਰੇ ਦਲਿਤ ਵੀ ਨੇ, ਕਿਸਾਨ ਵੀ ਨੇ, ਉਹਦੇ ਟ੍ਰੇਡਰ ਵੀ ਨੇ, ਸਾਰੇ ਕੁਛ ਨੇ, ਉਹਦੇ ਚ ਜ਼ਾਤ ਦਾ ਕੋਈ ਗੱਲ ਨਹੀਂ। ਉਹਨਾਂ ਨੇ ਉਹ ਬੈਰੀਅਰ ਹੀ ਖਤਮ ਕਰਕੇ ਤੇ ਉਹ ਦਿੱਲੀ ਪਹੁੰਚੇ ਸੀ, ਤੇ ਵਾਪਸ ਜਿਸ ਤਰ੍ਹਾਂ ਆਏ, ਕੁਝ ਜਾਂਦਿਆਂ ਉਹਨਾਂ ਨੇ ਬੈਰੀਅਰ ਖਤਮ ਕਰ ਦਿੱਤੇ, ਕੁਝ ਉਹਨਾਂ ਨੂੰ ਆਉਂਦਿਆਂ ਕਰ ਦਿੱਤੇ। ਉਹ ਜਿਹੜੇ ਬੈਰੀਕੇਡ ਤੋੜ ਰਹੇ ਸੀ ਨਾ,
ਉਹ ਜ਼ਾਤਾਂ ਪਾਤਾਂ ਦੇ ਖਿੱਤਿਆਂ ਦੇ ਤੇ ਉਹ ਸਾਰੇ ਉਹ ਬੈਰੀਅਰ ਸੀ ਜਿਹੜੇ ਉਹ ਤੋੜ ਕੇ ਗਏ ਔਰ ਜਿੱਤ ਪ੍ਰਾਪਤ ਕੀਤੀ ਉਹਨੇ। ਉਹਨਾਂ ਨੂੰ ਮੁਖਾਤਬ ਮੇਰੀਆਂ ਇਹ ਲਾਈਨਾਂ ਨੇ ਕਿ ਤੁਸੀਂ ਹੀ ਉਹ ਮਸੀਹਾ ਹੋ ਸੋ ਟਾਲਦੇ ਜਿਸ ਨੂੰ, ਤੁਸੀਂ ਸੋਚਦੇ ਸੋ ਵੀ ਹੋਰ ਹੀ ਕੋਈ ਆਵੇਗਾ ਖਰੇ, ਤੁਸੀਂ ਹੀ ਹੋ ਮਸੀਹਾ ਹੋ ਰਹੇ ਸੋ ਟਾਲਦੇ ਜਿਸ ਨੂੰ, ਕਿਸੇ ਨਹੀਂ ਬੋਲਣਾ ਅਰਸ਼ੋਂ ਰਹੇ ਹੋ ਭਾਲਦੇ ਕਿਸ ਨੂੰ, ਜੇ ਹੁੰਦਾ ਇਸ ਤਰ੍ਹਾਂ ਰਹਿਬਰ ਕਦੋਂ ਦਾ ਕਹਿ ਗਿਆ ਹੁੰਦਾ, ਜਫਰ ਨਾ ਵੇਖਦੇ ਇਸ ਜ਼ਿੰਦਗੀ ਦਾ ਜਾਲਦੇ ਉਸ ਨੂੰ, ਭਲੇ ਸਰਬੱਤ ਤੋਂ ਚੱਲਦੀ ਸਰਬ ਕਲਿਆਣ ਦੀ ਗਾਥਾ, ਮੰਜ਼ਲ ਉਹ ਨਹੀਂ ਕੱਲੇ ਦੁਕੱਲੇ ਭਾਲਦੇ ਜਿਸ ਨੂੰ। ਇਹ ਦਲਿਤ ਸਮੁਦਾਇ ਨੂੰ ਅੱਗੇ ਕਰਕੇ, ਜੱਟਾਂ ਨੂੰ ਅੱਗੇ ਕਰਕੇ, ਹਿੰਦੂਆਂ ਨੂੰ ਅੱਗੇ ਕਰਕੇ ਇਸ ਬੇਸਿਸ ਤੇ ਸਰਕਾਰ ਬਣਾਉਣੀ ਤੇ ਚਲਾਉਣੀ ਤੇ ਸਮਝਣਾ ਕਿ ਪੰਜਾਬ ਦਾ ਜਾਂ ਹਿੰਦੁਸਤਾਨ ਦੇ ਵਿੱਚ ਭਲਾ ਹੋ ਜਾਏਗਾ, ਉਹ ਨਹੀਂ ਹੋ ਸਕਦਾ। ਥੈਂਕ ਯੂ ਜੀ ਪਿਸ਼ੌਰਾ ਸਿੰਘ ਜੀ, ਬੜੇ ਅੱਛੇ ਤਰੀਕੇ ਨਾਲ ਤੁਸੀਂ ਡਿਸਕ੍ਰਾਈਬ ਕੀਤਾ। ਥੋੜਾ ਜਿਹਾ ਮੈਂ ਵੀ ਇਨਪੁਟ ਪਾ ਦਿੰਨਾ। 70 ਸਾਲ ਦੀ ਗੱਲ ਕੀਤੀ ਆ ਤੇ ਦੂਸਰੀ ਚੇਤਨਾ ਜ਼ਖਮੀ, ਇਹ ਨਵਾਂ ਲਫ਼ਜ਼ ਵਿੱਚ ਹੋਰ ਤੁਸੀਂ ਵਿੱਚ ਐਡ ਕਰਤਾ। ਮੇਰੇ ਮੁਤਾਬਕ ਜ਼ਖਮੀ ਤਾਂ ਹੀ ਨਹੀਂ ਹੈਗੀ, ਉਧਰ ਲੱਗੇ ਹੋਏ ਰਾਜੇਵਾਲ ਲੱਗੇ ਹੋਏ ਆ, ਦੂਜੇ ਉਗਰਾਹਾਂ ਅਲੱਗ ਲੱਗੇ ਹੋਏ ਨੇ, ਉਹ ਮਲਮ ਪੱਟੀ ਕਰ ਰਹੇ ਨਾ, ਉਹ ਮਲਮ ਪੱਟੀ ਕਰਨਗੇ ਨਾ, ਚਾਰੇ ਪਾਸੇ ਖੜੇ ਨੇ। ਤੇ ਆ ਜਿਹੜਾ ਚੰਨੀ ਦੀ ਗੱਲ ਕੀਤੀ ਆ, ਪੜ੍ਹਿਆ ਲਿਖਿਆ ਮੁੰਡਾ, ਮੈਂ ਹਜੇ ਉਹਨੂੰ ਸਾਰਿਆਂ ਨੂੰ ਪ੍ਰੈਫਰ ਕਰਾਂਗਾ ਕਿਉਂਕਿ ਉਹ ਆਪਦੀ ਕੁਆਲੀਫਿਕੇਸ਼ਨ ਨਾਲ ਉਹ ਸਭ ਤੋਂ ਉੱਪਰ ਆ, ਇਹ ਕਹਿਣਾ ਪਊਗਾ ਤੁਹਾਨੂੰ। ਤੁਸੀਂ ਅੰਦਰ ਕਿੰਨੀ ਕੁ ਜਾਣਦੇ ਹੋ ਮੈਨੂੰ ਇਹ ਨਹੀਂ, ਪਰ ਉਹਦੀ ਕੁਆਲੀਫਿਕੇਸ਼ਨ ਦਾ ਮੈਂ ਰਿਗਾਰਡ ਕਰਦਾ ਨੰਬਰ 1। ਨੰਬਰ 2 ਉਹ ਸਵੀਟ ਹੈਗਾ ਕਿਸੇ ਤਰੀਕੇ ਨਾਲ। ਕੋਈ ਕਹਿੰਦਾ ਜੀ ਭਗਵੰਤ ਮਾਨ ਵਾਂਗੂ ਥੋੜਾ ਜਿਹਾ ਬਹੁਤਾ ਹੀ ਲੰਗਰ ਲੰਗਰ ਛਕ ਜਾਂਦਾ ਬਹਿ ਕੇ, ਕਦੇ ਕਿਸੇ ਨਾਲ ਬਹਿ ਜਾਂਦਾ ਹੈ, ਵਟਐਵਰ, ਬਟ ਹੀ ਇਜ਼ ਡੂਇੰਗ ਹਿਜ਼ ਜੌਬ, ਆਈ ਲਾਈਕ ਇਟ। ਨੰਬਰ 3 ਚੇਤਨਾ ਦਾ ਜਗਾਉਣਾ ਹੈਗਾ। ਸਿੱਧੂ ਹੁਣ ਵਿਹਲਾ ਹੋ ਗਿਆ, ਉਹਦੇ ਬਾਕੀ ਜ਼ਿੰਮੇਵਾਰੀਆਂ ਕੋਈ ਨਹੀਂ, ਉਹਨੇ 24 ਘੰਟੇ ਇਹੀ ਕੰਮ ਕਰਨਾ ਹੁਣ, ਨਹੀਂ ਉਹਨੇ ਬੋਲੀ ਜਾਣਾ। ਇਹ ਜਿਹੜੇ ਰੇਤਾ ਰੂਤਾ ਵਾਲੇ ਇਕੱਠੇ ਕਰ ਰਹੇ ਨੇ, ਫੜ ਅੰਦਰ ਕਰਵਾਊ। ਫਿਰ ਜਿਹੜੇ ਬੰਦੇ ਇਹਨਾਂ ਨੇ ਮਿਨਿਸਟਰ ਬਣਾਉਣੇ ਆ ਉਹ ਲਹਾਉਣੇ ਆ, ਜਿਹੜੇ ਚੋਰ ਠੱਗ ਹਜੇ ਵਿੱਚ ਬੈਠੇ ਆ ਉਹ ਚਲੇ ਜਾਣ ਪਾਰਟੀ ਜਿੱਥੇ ਮਰਜ਼ੀ ਚਲੇ ਜਾਣ। ਹੀ ਵਿਲ ਟਰਾਈ ਹਿਜ਼ ਬੈਸਟ। ਗੁਪਤਾ ਸਾਹਿਬ ਤੁਸੀਂ ਤਾਂ ਪਹਿਲਾਂ ਥੋੜਾ ਜਿਹਾ 1 ਮਿੰਟ ਹੀ ਲੈਣਾ, ਫਿਰ ਆਪਾਂ ਕਮਾਲ ਸਾਹਿਬ ਨੂੰ ਟਾਈਮ ਦੇਣਾ ਉਸ ਤੋਂ ਬਾਅਦ। ਮੈਂ ਸਮਝਦਾ ਕਿ ਜਿਹੜਾ ਸਿੱਧੂ ਦਾ ਰੋਲ ਆਉਣ ਵਾਲੇ ਟਾਈਮ 'ਚ ਵਾਚ ਡੌਗ ਦਾ ਹੋਏਗਾ ਹੀ, ਕਿਉਂਕਿ ਤੁਹਾਨੂੰ ਵਾਚ ਦੇਖੋ ਪੰਜਾਬ 'ਚ 3 ਫੋਰਸਿਸ ਵਾਚ ਡੌਗ ਤੇ ਬੈਠੀਆਂ। ਇੱਕ ਤਾਂ ਕਿਸਾਨ ਮੋਰਚਾ ਬੈਠਾ ਹੈ, ਉਹ ਵਾਚ ਡੌਗ ਦਾ ਕੰਮ ਕਰੇਗਾ। ਆਪ ਵਾਲੇ ਵੀ ਵਾਚ ਡੌਗ ਦਾ ਕੰਮ ਕਰਨਗੇ, ਸਿੱਧੂ ਵੀ ਵਾਚ ਡੌਗ ਦਾ ਕੰਮ ਕਰੇਗਾ। 3 ਫੋਰਸਿਸ ਜਿਹੜੀ ਨੇ ਸਰਕਾਰ ਦੇ ਚੈੱਕ ਹੈ। ਚਲੋ ਬਾਦਲਾਂ ਨੂੰ ਛੱਡ ਦੋ, ਉਹਨਾਂ ਨੇ ਵਿਚਾਰੇ ਨੇ ਵਾਚ ਡੌਗ ਕੀ ਕਰਨਾ ਹੈ। 3 ਫੋਰਸਿਸ ਲੱਗਣਗੇ ਨਾ, 3 ਫੋਰਸਿਸ ਪੰਜਾਬ 'ਚ ਜਿਹੜੀ ਵਾਚ ਡੌਗ ਦਾ ਕੰਮ ਕਰਨਗੀ। ਤੇ ਮੈਂ ਸਮਝਦਾ ਵੀ ਸਰਕਾਰ ਜਿਹੜੀ ਇਹ ਸਰਕਾਰ ਆਪ ਦੀ ਬਣੇ ਜਾਂ ਚੰਨੀ ਦੀ ਬਣੇ, ਇਹਨਾਂ ਨੂੰ ਦਿਸ਼ਾ ਠੀਕ ਲੈਣੀ ਪੈਣੀ ਹੈ। ਤੁਹਾਡੇ ਕੋਲ ਆਲਟਰਨੇਟਿਵ ਕੋਈ ਨਹੀਂ ਹੈ, ਤੁਸੀਂ ਫੇਲਡ ਸਟੇਟ ਨਹੀਂ ਹੋ ਸਕਦੇ ਪੰਜਾਬ। ਔਰ ਕਾਂਗਰਸ ਹਿਸਟੋਰੀਕਲੀ ਅਗਰ ਪੰਜਾਬ 'ਚ ਫੇਲ ਹੁੰਦੀ ਹੈ, ਜਿੱਦਾਂ ਗਿੱਲ ਸਾਹਿਬ ਨੇ ਕਿਹਾ, ਕਾਂਗਰਸ ਪੰਜਾਬ 'ਚ ਅਫੋਰਡ ਹੀ ਨਹੀਂ ਕਰ ਸਕਦੀ ਫੇਲ ਹੋਣ ਨੂੰ। ਇਸ ਕਰਕੇ ਤੁਹਾਨੂੰ ਸਟੈਪ ਲੈਣੇ ਪੈਣੇ ਥੈਂਕ ਯੂ ਵੈਰੀ ਮਚ ਐਜ਼ ਏ ਕੰਟਰੀ। ਥੈਂਕ ਯੂ ਜੀ। ਕਮਾਲ ਸਾਹਿਬ, ਡਾਕਟਰ ਸਾਹਿਬ ਕੁਮਾਰ ਜੀ। ਹਾਂਜੀ ਨਹੀਂ, ਮੈਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ, ਲੇਕਿਨ ਇਹ ਗੱਲ ਨਾਲ ਵੀ ਮੈਂ ਬਾਹਰ ਕਹਾਂ, ਜਿਹੜਾ ਤੁਸੀਂ ਕਿਹਾ ਗਰੇਵਾਲ ਸਾਹਿਬ, ਤੇ ਚੰਨੀ ਦੀ ਕੁਆਲੀਫਿਕੇਸ਼ਨ ਜਿਹੜੀ ਹੈ ਉਹ ਦੇਖਣੀ ਚਾਹੀਦੀ ਹੈ, ਨਾ ਕਿ ਉਹਦਾ ਚਿਹਰਾ ਤੇ ਦਲਿਤ ਚਿਹਰਾ ਹੈ। ਨਹੀਂ ਉਹ ਤੇ ਸਾਨੂੰ ਫੋਕਸ। ਨਾਲੇ ਜਿਹੜੇ ਜੀਵਨ ਜੀ ਤੁਸੀਂ ਕਹਿ ਰਹੇ ਹੋ ਕਿ ਦੂਜੀਆਂ ਕਮਿਊਨਿਟੀਆਂ ਵਾਲੇ ਵੋਟ ਨਹੀਂ ਪਾਉਗੇ ਇਹ ਜਾਤ ਕਰਕੇ, ਇਹ ਜਿਹੜਾ ਪੁਰਾਣਾ ਪਰਸੈਪਸ਼ਨ ਹੈ ਨਾ ਪੰਜਾਬ ਦਾ, ਉਹ ਹੁਣ ਖਤਮ ਹੋ ਗਿਆ। ਜਿੱਦਾਂ ਅਮਰੀਕਾ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਬਾਈਡਨ ਨੂੰ ਕਮਲਾ ਹੈਰਿਸ ਨੂੰ ਆਪਣਾ ਵਾਈਸ ਚਾਂਸਲਰ ਬਣਾਉਣਾ ਪਿਆ। ਅੱਜ ਕੱਲ ਹਾਲਾਤ ਬੜੇ ਚੇਂਜ ਹੋ ਰਹੇ ਆ ਸਾਈਕੋਲੋਜੀਕਲੀ, ਸੋਸ਼ਲ, ਤੇ ਉਹ ਸਾਈਕੋਲੋਜੀਕਲੀ ਚੇਂਜਸ ਹਾਲਾਤ ਨਾਲ ਜੇ ਕਾਂਗਰਸ ਸਮਝੌਤਾ ਨਹੀਂ ਕਰਦੀ, ਅਦਰ ਪੋਲੀਟੀਕਲ ਪਾਰਟੀਆਂ ਸਮਝੌਤਾ ਨਹੀਂ ਕਰਦੀਆਂ, ਤਾਂ ਅਗਾਂਹ ਫਿਊਚਰ ਜਿਹੜਾ ਹੈਗਾ ਉਹ ਬੜਾ ਬਲੀਕ ਹੋਏਗਾ ਪੰਜਾਬ ਦਾ। ਪੰਜਾਬ ਨੂੰ ਜਿਹੜਾ ਸਰਬੱਤ ਦੇ ਭਲੇ ਦੀ ਜਿਹੜੇ ਗੁਰੂਆਂ ਨੇ ਇੱਕ ਸੋਚ ਦਿੱਤੀ ਸੀ ਨਾ, ਤੇ ਬਰਾਬਰਤਾ ਦੀ, ਜਿਹੜਾ ਸਿੱਖੀਜ਼ਮ ਦੀ ਸਥਾਪਨਾ ਵੀ ਕੀਤੀ ਗਈ ਹੈ, ਉਹ ਇਸੇ ਕਰਕੇ ਕੀਤੀ ਗਈ ਸੀ ਕਿ ਇੱਕ ਦੂਜੇ ਨੂੰ ਆਪਾਂ ਬਰਾਬਰ ਸਮਝੀਏ, ਕਾਸਟ ਤੋਂ ਉੱਪਰ ਉੱਠੀਏ। ਲੇਕਿਨ ਉਹ ਚੀਜ਼ਾਂ ਹੋਈਆਂ ਨਹੀਂ, ਤੇ ਇਸ ਕਰਕੇ ਹਾਲਾਤ ਜਿਹੜੇ ਇਦਾਂ ਦੇ ਆ ਹੁਣ, ਤੇ ਉਹ ਸਾਨੂੰ ਕਰਨੀਆਂ ਪੈਣੀਆਂ। ਤੇ ਕਾਂਗਰਸ ਦਾ ਮੈਂ ਇਸ ਗੱਲ ਕਰਕੇ ਬੜਾ ਹੀ ਇੱਕ
ਬੋਲਡ ਡਿਸੀਜਨ ਆ ਭਾਵੇਂ ਉਹਨਾਂ ਨੂੰ ਹੋਵੇ ਜਾਂ ਨਾ ਹੋਵੇ ਤੇ ਲੇਕਿਨ ਆ ਬਹੁਤ ਵੱਡਾ ਬੋਲਡ ਡਿਸੀਜਨ ਹੈ ਇਹ ਛੋਟਾ ਡਿਸੀਜਨ ਨਹੀਂ ਇਹਨੂੰ ਛੋਟਾ ਨਾ ਸਮਝੀਏ ਇਹਨੂੰ ਨਹੀਂ ਨਹੀਂ ਉਹ ਜਿਹੜਾ ਉਹਨੇ ਕੀਤਾ ਇਹਨੂੰ ਇਸੇ ਰੋਲ ਨੂੰ ਉਹਨਾਂ ਨੇ ਉੱਤਰਾਖੰਡ ਵਿੱਚ ਵੀ ਕਰਨਾ ਪਲੇ ਉੱਤਰ ਪ੍ਰਦੇਸ਼ ਵਿੱਚ ਵੀ ਪਲੇ ਕਰਨਾ ਸਾਰੇ ਕਿਉਂਕਿ ਕਾਂਗਰਸ ਹੀ ਇੱਕ ਨੈਸ਼ਨਲ ਪਾਰਟੀ ਹੈਗੀ ਆ ਜਿਹੜੀ ਯੂਨਿਟੀ ਦੀ ਗੱਲ ਕਰਦੀ ਆ ਜਿਹੜੀ ਸਾਰੀਆਂ ਕਮਿਊਨਿਟੀਆਂ ਨੂੰ ਇਨਵੋਲਵ ਕਰਕੇ ਜੋ ਸਿੱਖ ਭਾਈਚਾਰੇ ਦਾ ਸਿੱਖੀ ਦਾ ਜੋ ਪ੍ਰਚਾਰ ਆ ਅਸਲੀ ਉਹਦਾ ਮੁੱਦਾ ਸਿੱਖੀ ਦਾ ਉਹ ਇਹ ਸਿਰਫ ਕਾਂਗਰਸ ਪਾਰਟੀ ਗੱਲ ਕਰਦੀ ਆ ਉਸ ਦੀ ਬਾਕੀ ਪਾਰਟੀਆਂ ਦਾ ਡਿਵੀਜ਼ਨ ਤੇ ਲੱਗੀਆਂ ਬੀਜੇਪੀ ਡਿਵੀਜ਼ਨ ਤੇ ਲੱਗੀ ਹੋਆ ਆਪ ਬੇਸ਼ੱਕ ਗੱਲਾਂ ਕਰਦੀ ਆ ਲੇਕਿਨ ਆਪ ਵੀ ਡਿਵੀਜ਼ਨ ਤੇ ਲੱਗੀ ਆ ਤੇ ਇਸ ਕਰਕੇ ਮੈਂ ਕਹਾਂਗਾ ਵੀ ਸਾਨੂੰ ਲੈਟਸ ਵੇਟ ਐਂਡ ਸੀ ਜੇ ਉਹ ਬੰਦਾ ਨਹੀਂ ਕੰਮ ਕਰੇਗਾ ਇਹਦੇ ਵਿੱਚ ਮੈਂ ਸਹਿਮਤ ਹਾਂ ਕਿ ਸਿੱਧੂ ਵੀ ਵਾਚ ਕਰਦਾ ਉਹਨਾਂ ਨੂੰ ਤੇ ਬਾਕੀ ਜਿਹੜੇ ਬੰਦੇ ਉਹ ਵੀ ਵਾਚ ਕਰਨਗੇ ਚੰਨੀ ਦੀਆਂ ਹਰਕਤਾਂ ਨੂੰ ਠੀਕ ਹੈ ਨਾ ਅੱਜ ਜੋ ਆਹ ਗੱਲ ਕਹਿ ਰਹੇ ਹੋ ਈਡੀ ਦੀ ਤੇ ਛਾਪੇ ਵਾਲੀ ਉਹ ਪ੍ਰਧਾਨ ਮੰਤਰੀ ਦਾ ਜਿਹੜਾ ਕੇਅਰ ਫੰਡ ਹੈ ਉਹ ਕਿੰਨੇ ਹਜ਼ਾਰ ਕਰੋੜ ਦਾ ਪਤਾ ਨਹੀਂ ਲੱਗ ਰਿਹਾ ਚਲੋ ਉਹ ਤਾਂ ਕਰਨੀ ਚਾਹੀਦੀ ਛਾਪਾ ਨਹੀਂ ਮਾਰਦੀ ਨਹੀਂ ਆਈ ਐਗਰੀ ਵਿਦ ਨਾ ਤੁਸੀਂ ਤੁਹਾਡੇ ਕੋਲੇ ਬਹੁਤ ਅੱਛੀ ਚੀਜ਼ਾਂ ਦੀ ਐਗਜ਼ਾਮਪਲ ਦੇ ਰਹੇ ਆ ਪਰ ਗੱਲ ਇਹ ਆਪਾਂ ਆਪ ਦੀ ਗੱਲ ਕਰਨੀ ਹੈ ਕਿ ਚੀਮਾ ਸਾਹਿਬ ਤੋਂ ਬਾਅਦ ਫਿਰ ਬਲਜੀਤ ਜੀ ਆ ਕੇ ਫਿਰ ਜੀਵਨ ਜੀ ਤੇ ਪਸ਼ੌਰਾ ਸਿੰਘ ਜੀ ਫਿਰ 1-2 ਮਿੰਟ ਰਹਿ ਕੇ ਭਾਈ ਆਪਾਂ ਇਹਨੂੰ ਰੈਪ ਅਪ ਕਰਾਂਗੇ ਬੜੇ ਅੱਛੇ ਤਰੀਕੇ ਨਾਲ ਬੜਾ ਅੱਛਾ ਪ੍ਰੋਗਰਾਮ ਚੱਲ ਰਿਹਾ ਚੀਮਾ ਸਾਹਿਬ ਹਾਂਜੀ ਬਸ ਮੈਂ ਬਰੀਫਲੀ 2-3 ਪੁਆਇੰਟ ਜਿਹੜੇ ਆਏ ਸੀ ਦੱਸਾਂਗਾ ਹੁਣ ਕੁਮਾਰ ਜੀ ਨੇ ਦੱਸਿਆ ਸੀ ਪਹਿਲਾਂ ਵੀ ਕੀਤਾ ਸੀਗਾ ਵੀ ਚੰਨੀ ਦੀ ਜਿਹੜੀ ਇੱਕ ਤਾਂ ਹੁਣ ਕਹਿ ਕੇ ਕੁਆਲੀਫਿਕੇਸ਼ਨ ਦੀ ਗੱਲ ਵੀ ਆ ਗਈ ਪਲੱਸ ਉਹਨਾਂ ਨੇ ਕਿਹਾ ਸੀ ਕਿ ਬਹੁਤ ਚੰਗਾ ਫੈਸਲਾ ਉਹਨੇ ਕਿਹਾ ਕਿ ਮੈਂ ਕੋਈ ਪ੍ਰਾਪਰਟੀ ਨਹੀਂ ਲਵਾਂਗਾ ਕੋਈ ਬਿਜ਼ਨਸ ਹੀ ਲਵਾਂਗਾ ਸਾਰੇ ਬੰਦੇ ਆਪਣੇ ਨਾਂ ਤੇ ਕਰਦੇ ਕਿੱਥੇ ਹੁੰਦੇ ਨੇ ਇਹ ਤਾਂ ਬੇਨਾਮੀ ਪ੍ਰਾਪਰਟੀਆਂ ਲੈਂਦੇ ਨੇ ਬੇਨਾਮੀ ਹੁਣ ਇਹਦਾ ਪੈਸੇ ਭਤੀਜਾ ਹੀ ਲੈ ਰਿਹਾ ਕੰਮ ਕਰ ਰਿਹਾ ਸੀ ਆਪ ਤਾਂ ਉਹ ਕਿੱਥੇ ਸਿੱਧਾ ਨਹੀਂ ਆਉਂਦਾ ਸੋ ਇਹ ਬਾਦਲ ਨੇ ਵੀ ਬੜੀਆਂ ਬੇਨਾਮੀ ਪ੍ਰਾਪਰਟੀਆਂ ਉਹ ਛੱਡ ਦੋ ਇਹ ਤਾਂ ਲੋਕਾਂ ਨੂੰ ਹਾਥੀ ਦੇ ਦੰਦ ਦਿਖਾਉਣ ਲਈ ਹੋਰ ਖਾਣ ਲਈ ਹੋਰ ਹੁੰਦੇ ਨੇ ਬਾਕੀ ਹਾਂ ਸੁਭਾਅ ਉਹਦਾ ਠੀਕ ਹੈ ਪੋਲਾਈਟ ਹੈਗਾ ਵੈਲ ਮੈਨਰਡ ਹੈ ਲੋਕਾਂ ਨੂੰ ਮਿਲਣਸਾਰ ਹੈ ਇਹੀ ਇੱਕ ਪੁਆਇੰਟ ਸੀ ਜਿੱਥੇ ਉਹਨੇ ਸਿੱਧੂ ਨੂੰ ਮਾਤ ਦਿੱਤੀ ਹੈ ਸਿੱਧੂ ਐਰੋਗੈਂਸ ਸੀਗਾ ਤੇ ਇਹ ਮਿਲਣਸਾਰ ਸੀ ਇਹਨੇ ਪਿਆਰ ਨਾਲ ਗੱਲ ਉੱਥੇ ਕਰਾ ਲਈ ਸਾਰੀ ਹਾਈ ਕਮਾਂਡ ਵੀ ਇਹਨੇ ਕੰਟਰੋਲ ਕਰ ਲਈ ਔਰ ਸਿੱਧੂ ਨੇ ਓਪਨਲੀ ਚੈਲੰਜ ਕਰਕੇ ਹਾਈ ਕਮਾਂਡ ਨੂੰ ਅਨੋਏ ਕੀਤਾ ਉਹਨਾਂ ਦੇ ਅਗੇਂਸਟ ਹੁਣ ਕੱਲ ਦੀ ਸਟੇਟਮੈਂਟ ਸੀ ਕਿ ਹਾਈ ਕਮਾਂਡ ਕੌਣ ਹੁੰਦੀ ਹੈ ਉਹ ਤਾਂ ਚਾਹੁੰਦੇ ਕਿ ਕਮਜ਼ੋਰ ਸੀਐਮ ਹੁਣ ਕਮਜ਼ੋਰ ਤਗੜੇ ਲੀਡਰ ਨੂੰ ਤਾਂ ਪਸੰਦ ਨਹੀਂ ਕਰਦੀਆਂ ਸੋ ਹਾਈ ਕਮਾਂਡ ਇਜ਼ ਅਨਾਇਡ ਜਿਹੜੀ ਉਹ ਸਟਰੈਂਥ ਸੀ ਉਹਨੇ ਆਪ ਸਟਰੈਂਥ ਖਤਮ ਕੀਤੀ ਇਸ ਕਰਕੇ ਉਹ ਆਪ ਹੀ ਰਿਸਪੌਂਸੀਬਲ ਹੈ ਆਪਣੇ ਡਾਊਨਫਾਲ ਵਾਸਤੇ ਤੇ ਮੈਨੂੰ ਨਹੀਂ ਲੱਗਦਾ ਕੋਈ ਉਹਦੇ ਵਾਸਤੇ ਹੋਰ ਕੋਈ ਥਾਂ ਥੂ ਹੋਰ ਬਚੀ ਹੈਗੀ ਆ ਤੇ ਬਾਕੀ ਚੇਤਨਾ ਦੀ ਗੱਲ ਕਰਦੇ ਆ ਮੈਂ ਪਸ਼ੌਰਾ ਜੀ ਨਾਲ ਇੱਥੇ ਦਾ ਸਹਿਮਤ ਹੈਗਾ ਆ ਬਿਲਕੁਲ ਕਿਉਂਕਿ ਮੈਂ ਸਟਾਰਟਿੰਗ 'ਚ ਵੀ ਕਿਹਾ ਸੀ ਪਿਛਲੇ ਪ੍ਰੋਗਰਾਮਾਂ 'ਚ ਵੀ ਕਿਹਾ ਸੀ ਕਿ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਨੇ ਇਹਨਾਂ ਦੇ ਇੰਟਰਸਟ ਆਪਣੇ ਨੇ ਉਹਨਾਂ ਦਾ ਪੰਜਾਬ ਨਾਲ ਕੋਈ ਇੰਟਰਸਟ ਨਹੀਂ ਸਿਰਫ ਵੋਟ ਬੈਂਕ ਨਾਲ ਇੰਟਰਸਟ ਆਪਣੀ ਗਵਰਨਮੈਂਟ ਕਿਵੇਂ ਬਣਾਉਣੀ ਵੋਟ ਬਣਾਉਣੀ ਜਾਂ ਪੈਸੇ ਬਣਾਉਣੇ ਆ ਪੰਜਾਬ ਨਾਲ ਇੰਟਰਸਟ ਕੋਈ ਨਹੀਂ ਪੰਜਾਬ ਨਾਲ ਇੰਟਰਸਟ ਜੇ ਕਿਸੇ ਹੈ ਅੱਜ ਹੋਵੇ ਕੱਲ ਹੋਵੇ ਤਾਂ ਉਹ ਚੇਤਨਾ ਵਾਲੀ ਪਾਰਟੀ ਦਾ ਹੀ ਹੋਣਾ ਹੈ ਕਿਉਂਕਿ ਉਹਨਾਂ ਦੀ ਰੂਟ ਉਹ ਪੰਜਾਬ ਨਾਲ ਦਿਲੋਂ ਕੰਸਰਨ ਹੈ ਇਸ ਕਰਕੇ ਹੋਰ ਕਿਸੇ ਨੇ ਨਹੀਂ ਹੋਣਾ ਪਰ ਜਿਹੜੇ ਹੁਣ ਅੱਜ ਮੈਜੋਰਟੀ ਜਿਵੇਂ ਹੁਣ ਸਿੱਧੂ ਦੇ ਚੰਨੀ ਵਾਲੀ ਸਿਚੁਏਸ਼ਨ ਆਈ ਹੈ ਇਸ ਕੇਸ 'ਚ ਮੈਨੂੰ ਲੱਗਦਾ ਜੋ ਉੱਥੇ ਗਰਾਊਂਡ ਰਿਐਲਿਟੀ ਜਾਂ ਸੁਣਨ 'ਚ ਆ ਰਿਹਾ ਹੈਗਾ ਉਹ ਹਿਸਾਬ ਨਾਲ ਅਸੀਂ ਐਕਸੈਪਟ ਕਰੀਏ ਨਾ ਕਰੀਏ ਉਹ ਸਾਨੂੰ ਅੱਜ ਦੀ ਡੇਟ ਦੇ ਵਿੱਚ ਕੱਲ ਨੂੰ ਕੀ ਹੁੰਦਾ ਪਤਾ ਨਹੀਂ ਆਪ ਅੱਗੇ ਚੱਲ ਰਹੀ ਹੈ ਲੀਡ ਕਰ ਰਹੀ ਹੈ 'ਚ ਕੋਈ ਸ਼ੱਕ ਨਹੀਂ ਪਰ ਹੁਣ ਇਹ ਹੈ ਕਿ ਜਾਂ ਤਾਂ ਆਪ ਕੱਲੀ ਜਾਂ ਚੇਤਨਾ ਦੇ ਨਾਰਾ ਕਰਕੇ ਜਾਂ ਚੇਤਨਾ ਕੱਲੀ ਇਹ ਰਲ ਕੇ ਜੇ ਤਾਂ ਗਵਰਨਮੈਂਟ ਬਣਾ ਜਾਂਗੇ ਠੀਕ ਹੈ ਜੇ ਹਾਇੰਗਾ ਅਸੈਂਬਲੀ ਆ ਗਈ ਕਲੀਅਰ ਮੈਜੋਰਟੀ ਕਿਸੇ ਨਾਮ ਮਿਲੀ ਤਾਂ ਮੈਂ ਉੱਥੇ ਸਟੈਂਡ ਤੇ ਖੜਾ ਜਿੱਥੇ ਪਿੱਛੇ ਸੀ ਕਿ ਦੈਨ ਬੀਜੇਪੀ ਵਿਲ ਰੂਲ ਜੀ ਵਰਗਿਲ ਜੀ ਵਰਗਿਲ ਨਹੀਂ ਆਈ ਐਗਰੀ ਬਟ ਉਹਦੇ ਚ ਸਭ ਤੋਂ ਪਹਿਲਾਂ ਚੀਜ਼ ਤਾਂ ਨਵਜੋਤ ਸਿੱਧੂ ਵਾਸਤੇ ਜਿਹੜਾ ਹੈਗਾ ਚੈਲੰਜ ਹੈਗਾ ਆਪਦੀ ਸੀਟ ਜਿੱਤਣੀ that is one of the biggest challenge he is going to face because ਉੱਥੇ ਜਿੱਥੇ ਉਹਨੂੰ ਬੀਜੇਪੀ ਅਕਾਲੀ ਕਾਂਗਰਸ even ਸਾਰੇ ਢਾਉਣ ਨੂੰ ਪੈ ਰਹੇ ਹੈਗੇ ਆ that is going to be ਹੁਣ ਉਹ ਇਸ ਪੁਆਇੰਟ ਤੇ ਆ ਕੇ ਕੀ ਉਹ ਐਜ਼ ਏ ਜਾਨੀ ਕਿ other address other rallies or he is going to be consistent in his own riding ਇਹ ਆਉਣ ਵਾਲੇ ਦਿਨਾਂ 'ਚ ਦੇਖਣਾ ਪਊਗਾ ਵੀ ਉਹਦਾ ਨੈਕਸਟ ਸਟੈਪ ਕੀ ਹੈ ਕਿਉਂਕਿ ਉਹ ਥੋੜਾ ਚਿਰ ਇਹ ਕੱਢਦਾ ਹੁੰਦਾ 2-3 ਦਿਨ ਜੇ ਜਿੰਨੀ ਮਰਜ਼ੀ ਥਾਪੀ ਉਹਨੂੰ ਦਵਾ ਦੇ ਕੇ ਉਹ ਚਲੇ ਜਾਣ ਪਰ ਉਹ 2-3 ਦਿਨਾਂ ਬਾਅਦ ਚਲਾ ਜਾਂਦਾ ਹੈਗਾ ਪਰ ਜਿਹੜੇ ਮੈਂ ਹਲੇ ਵੀ ਉਸ ਪੁਆਇੰਟ ਤੇ ਹੈਗਾ ਜੇ ਕੋਈ ਇਸ਼ੂ ਚੱਕ ਰਿਹਾ ਹੈਗਾ ਉਹ ਕੱਲਾ ਨਵਜੋਤ ਸਿੱਧੂ ਚੱਕ ਰਿਹਾ ਹੈਗਾ ਹੋਰ ਕੋਈ ਪੰਜਾਬ ਦਾ ਇਸ਼ੂ ਨਹੀਂ ਚੱਕ ਰਿਹਾ ਹੈਗਾ ਬਾਕੀ ਸਾਰੇ ਫੇਸ ਪੋਲਿਟਿਕਸ ਕਰ ਰਹੇ ਹੈਗੇ ਆ ਐਲੀਗੇਸ਼ਨ ਦੀ ਪੋਲਿਟਿਕਸ ਕਰ ਰਹੇ ਹੈਗੇ ਆ that is what ਉੱਥੇ ਉਹਦੇ ਵਿੱਚੋਂ ਪੰਜਾਬ ਨੂੰ ਕੁਝ ਨਹੀਂ ਮਿਲਣਾ ਹੈਗਾ you can see end of more devastating situation in ਪੰਜਾਬ ਕਿਉਂਕਿ ਜੇ ਲੀਡਰ ਆਪਦੇ ਆਪ ਹੁਣ
ਜਿਵੇਂ ਉਹਨਾਂ ਨੇ ਕੇਰਲਾ 'ਚ ਸਟੈਂਡ ਲਿਆ ਸੀਗਾ ਵੀ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ 2 ਟਰਮਾਂ ਤੋਂ ਬਾਅਦ ਵਾਲੇ MLA ਨੂੰ ਟਿਕਟ ਹੀ ਨਹੀਂ ਦੇਣੀ। ਪਾਰਟੀ ਹੈਜ਼ ਟੂ ਮੇਕ ਅ ਸਟੈਂਡ ਔਨ ਸਮਥਿੰਗ। ਤਾਂ ਉਸ ਪੁਆਇੰਟ ਤੇ ਹੁਣ ਅਸੀਂ ਵੇਖਦੇ ਹੈਗੇ 12 ਤੋਂ 15 ਰਾਈਡਿੰਗਾਂ ਜਿੱਥੇ ਇਹਨਾਂ ਦੀ ਆਪਦੀ ਕਾਂਗਰਸ ਟੂ ਕਾਂਗਰਸ ਹੀ ਇਹਨਾਂ ਦੀ ਟਸਲ ਚੱਲੀ ਜਾ ਰਹੀ ਹੈਗੀ ਆ। ਇਸ ਕਰਕੇ ਜਿਹੜੀ ਆਪ ਦੀ ਹੈਗੀ ਆ ਚਾਂਸਸ ਉਹ ਵੱਧ ਰਹੇ ਹੈਗੇ ਆ। ਜੇ ਇਹਨਾਂ ਨੇ ਇਹ ਜਿਹੜੀ ਇਹਨਾਂ ਦੇ ਆਪਸ ਦੇ ਵਿੱਚ ਡਿਵੀਜ਼ਨ ਪੈ ਰਹੀ ਹੈਗੀ ਉਹਨੂੰ ਨਾ ਕੰਟਰੋਲ ਕੀਤੀ ਹੈ, ਕਿਉਂਕਿ ਉਹ ਜਿਹੜਾ ਸ਼ਰੇਆਮ ਚੈਲੰਜ ਹੋ ਰਿਹਾ ਹੈਗਾ, ਚਾਹੇ ਸੁਖਪਾਲ ਖਹਿਰਾ ਕਿੰਨਾ ਉਹ ਅਗੇਂਸਟ ਬੋਲ ਰਿਹਾ ਹੈਗਾ, ਪਰ ਉਹਦੀ ਕੋਈ ਵੀ ਨਹੀਂ ਸੁਣ ਰਿਹਾ ਹੈਗਾ ਵੀ ਚਾਹੇ ਉਹ ਰਾਣਾ ਗੁਰਜੀਤ ਹੈਗਾ। ਰਾਣਾ ਗੁਰਜੀਤ ਉੱਤਰੋਂ ਦੂਜੇ ਪਾਸੇ ਚੈਲੰਜ ਕਰੀ ਜਾ ਰਿਹਾ ਹੈਗਾ ਮੈਂ ਕਿਹੜੇ ਬੰਦੇ ਮੈਂ ਹਰਾਉਣੇ ਹੈਗੇ ਆ। ਜਦੋਂ ਤੁਸੀਂ ਕਾਂਗਰਸ ਦੇ ਵਿੱਚ ਰਹਿ ਕੇ ਕਾਂਗਰਸ ਕੈਂਡੀਡੇਟਾਂ ਨੂੰ ਹਰਾਓਗੇ ਤਾਂ what is you are going to get? That vibe has to go outside and ਉਹਦੇ ਨਾਲ ਕਾਂਗਰਸ ਦਾ ਨੁਕਸਾਨ ਹੋਣਾ ਹੀ ਹੋਣਾ ਹੈਗਾ। ਤੇ ਜਿਹੜੀ ਈਵਨ ਇਹਨਾਂ ਦੀ ਇੰਡੀਪੈਂਡੈਂਟ ਕੈਂਡੀਡੇਟ ਖੜੇ ਹੋਏ ਸੀਗੇ 1 ਜਾਂ 2 ਤੋਂ ਬਗੈਰ, ਸਾਰੇ ਉਹ ਹਲੇ ਉੱਥੇ ਪੋਜੀਸ਼ਨ ਤੇ ਖੜੇ ਹੈਗੇ ਆ। ਉਹ ਵੀ ਉਹਨਾਂ ਦਾ ਕਾਂਗਰਸ ਦਾ ਵੱਡਾ ਨੁਕਸਾਨ ਕਰੂਗੀ ਮੇਰੇ ਹਿਸਾਬ ਨਾਲ। ਤਾਂ ਪਰ ਇਸ ਹਿਸਾਬ ਨਾਲ ਵੀ ਇਹ ਜਿਹੜੀ ਸ਼ਿਫਟ ਹੈਗੀ ਆ ਇਹ ਮੇਰੇ ਹੁਣ ਦੇ ਅੱਜ ਦੇ ਦਿਨ ਦੇ ਹਿਸਾਬ ਨਾਲ ਵੀ ਇਹ ਮੋਰ ਸ਼ਿਫਟ ਇਜ਼ ਗੋਇੰਗ ਟੂਵਰਡਸ ਆਪ। ਉਹਦੇ ਨਾਲ ਦੇਖੋ ਵੀ ਕੱਲ ਨੂੰ ਉਹ ਕੀ ਕਰਦੇ ਹੈਗੇ ਆ। ਜਿਵੇਂ ਆਮ ਬੰਦਾ ਕਹਿੰਦਾ ਹੈਗਾ ਵੀ ਜਿਹੜਾ ਕਾਂਗਰਸ ਅਕਾਲੀਆਂ ਨੂੰ ਦਿਹਾਉਣ ਦੀ ਬਜਾਏ ਜੇ ਆਪ ਆਉਂਦੀ ਹੈਗੀ ਆ, ਇਹਨਾਂ ਨੇ ਅੱਗੇ ਨਹੀਂ ਨੁਕਸਾਨ ਕੀਤਾ, let give them a chance. That is what people are thinking. Let's see how that progress in next 20 days. Thank you ਜੀ ਬਲਜੀਤ ਜੀ। ਕਾਂਗਰਸ ਦਾ ਜਿੱਦਾਂ ਤੁਸੀਂ ਸਾਰਿਆਂ ਨੇ ਇੱਕੋ ਆਪਾਂ ਕਹਿ ਰਹੇ ਹਾਂ ਕਿ ਕਾਂਗਰਸ ਦਾ ਇਸ ਵਾਰੀ ਆਪਸੀ ਫੁੱਟ ਹੈਗੀ ਹੈ ਜਿਹੜੀ, ਇਟ ਵਾਜ਼ ਅ ਗੋਲਡਨ ਚਾਂਸ ਫॉर ਕਾਂਗਰਸ ਟੂ ਕਮ ਬੈਕ, ਲੇਕਿਨ ਇਹਨਾਂ ਦੀ ਜਿਹੜੀ ਆਪਸੀ ਫੁੱਟ ਹੈਗੀ ਆ ਉਹਨੇ ਬਹੁਤ ਵੱਡਾ ਨੁਕਸਾਨ ਇਹਨਾਂ ਦਾ ਕਰ ਦਿੱਤਾ। ਤੇ ਉਹ ਤੋਂ ਦੂਸਰਾ ਜਿਹੜਾ ਹੈਗਾ ਇਹਦਾ ਇੰਪੈਕਟ ਹੈ ਕਿ ਦੇयर ਆਰ ਮਲਟੀਪਲ ਪਾਰਟੀਜ਼ ਦੇयर। ਜੇ ਅਸੀਂ ਉਹ ਸਾਰੇ ਉਹਨੂੰ ਦੇਖੀਏ ਤਾਂ ਬੀਜੇਪੀ ਦੀਆਂ ਸਰਟਨ ਵੋਟ 20% ਔਰ ਸਮ ਵੋਟਾਂ ਉਹਨਾਂ ਦੀਆਂ ਆਲਰੇਡੀ ਹੈਗੀਆਂ ਜਿਹੜੀਆਂ ਕਿ ਬੀਜੇਪੀ ਨੂੰ ਹੀ ਪੈਣੀਆਂ, ਪਰ ਜਿਹੜੀਆਂ ਬਾਕੀ ਦੀਆਂ ਵੋਟਾਂ ਹੈਗੀਆਂ ਉਹ 5 ਜਾਂ 6 ਪਾਰਟੀਜ਼ ਦੇ ਵਿੱਚ ਵੰਡ ਹੋਣੀਆਂ। ਸੋ ਉਹਦਾ ਜਿਹੜਾ ਆਪਾਂ ਦੇਖੀਏ ਕਿ ਕਿੰਨੇ ਕੁ ਚਾਂਸ ਹੈ ਚੰਨੀ ਦੇ ਚੀਫ ਮਿਨਿਸਟਰ ਬਣਨ ਦੇ ਜਾਂ ਸਿੱਧੂ ਦੇ ਚੀਫ ਮਿਨਿਸਟਰ ਬਣਨ ਦੇ, ਉਹ ਬਹੁਤ ਮੁਸ਼ਕਿਲ ਹੈ, ਈਜ਼ੀ ਨਹੀਂ ਹੈਗਾ। ਕਿਸੇ ਨਾ ਕਿਸੇ ਦੇ ਨਾਲ ਰਲ ਕੇ ਹੀ ਬਣਾ ਸਕਦੇ ਆ। ਕੱਲੀ ਪਾਰਟੀ ਆਈ ਡੋਂਟ ਥਿੰਕ ਕਿ ਕੋਈ ਵੀ ਪਾਰਟੀ ਬਣਾਉਣ ਦੇ ਯੋਗ ਹੋਊਗੀ ਗਵਰਨਮੈਂਟ। ਜੇ ਕੋਈ ਮਿਰਕਲ ਹੋ ਜਾਵੇ ਤਾਂ ਆਪਾਂ ਕਹਿ ਨਹੀਂ ਸਕਦੇ ਨਾ। ਤੇ ਜਿਹੜੇ ਸਿੱਧੂ ਸਾਹਿਬ ਹੈਗੇ ਆ, ਹੁਣ ਸਿੱਧੂ ਕੋਲੇ ਵਿਜ਼ਨ ਪੰਜਾਬ ਦੇ ਵਾਸਤੇ ਬਹੁਤ ਸੋਹਣਾ। ਇੱਕ ਹੋਰ ਗਰੁੱਪ ਹੈਗਾ ਆਪਣਾ ਬੱਬੂ ਮਾਨ ਹੋਣਾ ਦਾ, ਜਿਹੜਾ ਜਨੂਨੇ ਪੰਜਾਬ ਔਰ ਸਮਥਿੰਗ ਆਈ ਥਿੰਕ ਉਹਨਾਂ ਦਾ ਨਾਂ ਹੈਗਾ, ਤੇ ਉਹ ਵੀ ਇੱਕ ਵਾਚ ਗਰੁੱਪ ਹੈਗਾ। ਉਹਦਾ ਵੀ ਇੰਪੈਕਟ ਕਾਫੀ ਪਵੇਗਾ ਪੰਜਾਬ ਦੇ ਉੱਤੇ। ਇਟ ਵਾਜ਼ ਇੰਟਰਸਟਿੰਗ ਕਿ ਪੰਜਾਬ ਦੇ ਕਿਸੇ ਪ੍ਰੋਫੈਸਰ ਗੁਰੂ ਨਾਨਕ ਯੂਨੀਵਰਸਿਟੀ ਦੇ ਪ੍ਰੋਫੈਸਰ ਸੀ, ਉਹ ਇੱਕ ਸਟੇਟਮੈਂਟ ਦੇ ਰਹੇ ਸੀਗੇ ਕਿ ਪੰਜਾਬ ਦੇ ਵਿੱਚ ਕਿਸੇ ਬੰਦੇ ਦਾ ਕਰਪਟ ਹੋਣ ਦਾ ਕੋਈ ਮੀਨਿੰਗ ਹੀ ਨਹੀਂ ਹੈਗਾ, ਲੋਕਾਂ ਦੇ ਉੱਤੇ ਇਸ ਚੀਜ਼ ਦਾ ਕੋਈ ਇੰਪੈਕਟ ਹੀ ਨਹੀਂ ਹੈਗਾ। ਸੋ ਦੇ ਟੇਕ ਇਟ ਫॉर ਗ੍ਰਾਂਟਡ ਕਿ ਹਰ ਇੱਕ ਬੰਦਾ ਕਰਪਟ ਹੈ ਇੱਥੇ ਪੋਲਿਟਿਕਸ ਦੇ ਵਿੱਚ, ਬੰਦਾ ਕਰਪਟ ਹੈ। ਸੋ ਦੇ ਐਕਸੈਪਟ ਦੈਟ। ਸੋ ਉੱਥੋਂ ਜੇ ਆਪਾਂ ਬਾਹਰ ਬੈਠੇ ਨੂੰ ਆਪਾਂ ਨੂੰ ਲੱਗਦਾ ਕਿ ਆ ਵੀ ਬੰਦਾ ਕਰਪਟ ਹੈ, ਇਹ ਵੀ ਨਹੀਂ ਹੋ ਸਕਦਾ, ਇਹ ਵੀ ਨਹੀਂ ਹੋ ਸਕਦਾ, ਬੰਦਾ ਕਰਪਟ ਹੈ, ਉਹਨਾਂ ਵਾਸਤੇ ਐਡਾ ਵੱਡਾ ਇਸ਼ੂ ਨਹੀਂ ਹੋਣਾ ਕਰਪਟ ਹੋਣਾ, ਕਿਉਂਕਿ ਸਾਰੇ ਹੀ ਕਰਪਟ ਹੈ। ਕਲੀਨ ਬੰਦੇ ਜਿਹੜੇ ਹੈਗੇ ਬਹੁਤ ਘੱਟ ਹੈ। ਸੋ ਸਿੱਧੂ ਉਹਨਾਂ ਦੇ ਵਿੱਚੋਂ ਬੈਟਰ ਹੈ। ਸੋ ਇਸ ਕਰਕੇ ਜਿਹੜੀ ਆਮ ਲੋਕ ਹੈਗੇ ਆ, ਆਈ ਥਿੰਕ ਸਟਿਲ ਦੇ ਲਾਈਕ ਸਿੱਧੂ। ਤੇ ਸਿੱਧੂ ਨੂੰ ਇਸ ਤਰੀਕੇ ਨਾਲ ਟ੍ਰੇਨਡ ਕੀਤਾ ਗਿਆ ਸੀ ਕਿਉਂਕਿ ਉਹਨੂੰ ਇੱਕ ਚਿਹਰਾ ਵਰਤਿਆ ਗਿਆ ਸੀਗਾ ਹੁਣ ਤਾਈਂ। ਸੋ ਉਹਦੀਆਂ ਸਟੇਟਮੈਂਟਸ ਜਿਹੜੀਆਂ ਉਹ ਦਿੰਦਾ ਸੀਗਾ, ਬੋਲਡ ਸਟੇਟਮੈਂਟਸ ਐਂਡ ਅਗਰੈਸਿਵ ਸਟੇਟਮੈਂਟਸ ਵਰ ਐਕਚੁਅਲੀ ਟੇਕਨ ਪੋਜ਼ਿਟਿਵ ਵੇ, ਕਿਉਂਕਿ ਉਹਦਾ ਇੰਪੈਕਟ ਪੈਂਦਾ ਸੀਗਾ। ਜਦੋਂ ਉਹ ਈਵਨ ਕਾਂਗਰਸ ਦੇ ਅਗੇਂਸਟ ਸੀ ਤਾਂ ਉਹਨੂੰ ਰਾਹੁਲ ਨੂੰ ਪੱਪੂ ਕਹਿੰਦਾ ਸੀਗਾ, ਜਦੋਂ ਹੁਣ ਵਾਜਪੇਈ ਦੇ ਅਗੇਂਸਟ ਹੋਇਆ ਉਹਨਾਂ ਦੇ ਵਾਸਤੇ ਵਰਡਸ ਯੂਜ਼ ਕਰਦਾ ਤਾਂ ਲੋਕ ਉਹਨੂੰ ਚੀਅਰ ਕਰਦੇ ਸੀਗੇ। ਉਹੀ ਉਹਦੀ ਪਰਸਨੈਲਿਟੀ ਸਾਨੂੰ ਬਾਦਰ ਕਰ ਰਹੀ ਹੈ। ਪਸ਼ੌਰਾ ਸਿੰਘ ਜੀ ਥੈਂਕ ਯੂ ਜੀ। ਪਸ਼ੌਰਾ ਸਿੰਘ ਜੀ, ਤੁਸੀਂ ਕਿਹਾ ਕਿ ਬਹਿਸ ਜਿਹੜੀ ਹੈ ਨਾ, ਗੱਲਬਾਤ ਜਿਹੜੀ ਆ ਸਿੱਧੂ ਤੇ ਹੀ ਕੇਂਦਰਿਤ ਹੋਣੀ ਚਾਹੀਦੀ ਆ, ਤੇ ਮੈਂ ਵੀ ਉਹਦੇ ਬਾਰੇ ਗੱਲ ਕਰਾਂਗਾ ਜਿਸ ਤਰ੍ਹਾਂ ਮਨਜੀਤ ਹੋਣਾ ਨੇ। ਵੈਰੀ ਗੁੱਡ। ਸਵਾਲ ਇਹ ਵੀ ਉੱਠਿਆ ਕਿ ਸਿੱਧੂ ਨੇ ਆਪ ਆਪਣੀ ਤਾਕਤ ਜਿਹੜੀ ਹੈ ਖਤਮ ਕਰ ਲਈ ਔਰ ਹੁਣ ਉਹ ਕਿਤੇ ਵੀ ਨਹੀਂ। ਮੈਂ ਸਮਝਾਂ ਕਿ ਇਟ ਇਜ਼ ਟੋਟਲੀ ਦੀ ਅਦਰ ਵੇ ਅਰਾਊਂਡ, ਕਿਉਂਕਿ ਜਦੋਂ ਤੁਸੀਂ ਆਪਣੇ ਇਸ਼ੂ ਦੇ ਨਾਲ ਸਮਝੌਤਾ ਨਹੀਂ ਕਰਦੇ ਤੇ ਤੁਹਾਨੂੰ ਕੁਰਬਾਨੀ ਦੇਣੀ ਪੈਂਦੀ ਹੈ। ਤੁਸੀਂ ਆਪਣੇ ਇਤਿਹਾਸ ਵੱਲ ਨਿਗਾਹ ਮਾਰੋ, ਆਜ਼ਾਦੀ ਤੇ ਬਹੁਤ ਦੂਰ ਨਾ ਜਾਓ। ਆਜ਼ਾਦੀ ਦੇ ਇਤਿਹਾਸ ਵਿੱਚ ਹੀ ਜਿਨ੍ਹਾਂ ਲੋਕਾਂ ਨੇ ਕੰਪਰੋਮਾਈਜ਼ ਕਰਕੇ ਤੇ ਮੁਆਫੀਆਂ ਲੈ ਕੇ ਆ ਗਏ, ਉਹਨਾਂ ਨੂੰ ਜਗੀਰਾਂ ਵੀ ਮਿਲੀਆਂ,
ਉਹਨਾਂ ਨੂੰ ਕਈ ਕੁਛ ਜਿਹੜਾ ਬਖਸ਼ਿਆ ਗਿਆ। ਜਿਨ੍ਹਾਂ ਨੇ ਆਪਣੇ ਅਸੂਲ ਤੇ ਰਿਹਾ ਉਹਨਾਂ ਨੂੰ ਫਾਂਸੀ ਵੀ ਲਾ ਦਿੱਤੀ ਉਹਨਾਂ ਨੇ। ਔਰ ਜੇ ਆਪਾਂ ਕਹੀਏ ਕਿ ਉਹਨਾਂ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਤੇ ਫਿਰ ਇਹ ਉਸ ਤਰ੍ਹਾਂ ਦੀ ਗੱਲ ਹੀ ਹੈ। ਉਹ ਆਪਣੇ ਇਸ਼ੂ ਤੇ ਖਲੋਤਾ। ਜੇ ਉਹਨੇ ਕੇਂਦਰ ਸਰਕਾਰ ਦੀ ਗੱਲ ਕੀਤੀ ਕਿ ਉਹ ਰਾਜਾਂ ਦੇ ਅਧਿਕਾਰਾਂ ਨੂੰ ਜਿਹੜਾ ਹੈ ਨਾ ਫੈਡਰਲ ਸਿਸਟਮ ਵਿੱਚ ਯਕੀਨ ਹੀ ਨਹੀਂ ਰੱਖਦੀਆਂ। ਉਹ ਸਮਝਦੀਆਂ ਕਿ ਸਭ ਤੋਂ ਵੱਧ ਪਾਵਰ ਜਿਹੜੀ ਆ ਉਹ ਸੈਂਟਰ ਕੋਲ ਹੋਵੇ, ਔਰ ਸੈਂਟਰ ਕੋਲ ਸਭ ਤੋਂ ਵੱਧ ਪਾਵਰ ਤਾਂ ਹੀ ਹੋ ਸਕਦੀ ਹੈ ਕਿ ਜੇ ਸਟੇਟਾਂ ਦੇ ਚੀਫ ਮਿਨਿਸਟਰ ਜਿਹੜੇ ਆ ਉਹ ਪਲਾਏਬਲ ਹੋਣ, ਵਰਕੇਬਲ ਹੋਣ, ਪਲੀਜ਼ੇਬਲ ਹੋਣ, ਮਨੂਵਰੇਬਲ ਹੋਣ, ਉਹਨਾਂ ਦੀ ਬਾਂਹ ਖਿੱਚੀ ਜਾ ਸਕਦੀ ਹੋਵੇ, ਜਾਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਆਪਣੇ ਅੰਦਰ ਰੱਖਿਆ ਜਾਵੇ। ਤੇ ਸਿੱਧੂ ਨੇ ਗਲਤ ਕੀ ਆਖਿਆ? ਸਿੱਧੂ ਨੇ ਆਪਣੀ ਹਾਈਕਮਾਨ ਨੂੰ ਪਰਟੀਕੁਲਰਲੀ ਗੱਲ ਨਹੀਂ ਆਖੀ, ਉਹਨੇ ਸਾਰੀਆਂ ਸਰਕਾਰਾਂ ਨੂੰ ਆਖੀ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਉੱਥੇ ਹੈੱਡਕੁਆਟਰ ਆ ਉਹ ਇਹ ਨਹੀਂ ਚਾਹੁੰਦਾ, ਜਿਹੜੇ ਬੀਜੇਪੀ ਦੇ ਇਸ ਤਰ੍ਹਾਂ ਨਹੀਂ ਕਰਦੇ, ਸੋ ਕਾਂਗਰਸ ਵੀ ਇਸ ਤਰ੍ਹਾਂ ਕਰਦੀ ਹੈ, ਨੈਚੁਰਲੀ ਦੇ ਆਰ ਆਲਸੋ। ਪਰ ਗੱਲ ਜਿਹੜੀ ਇਸ਼ੂ ਜਿਹੜਾ ਹੈਗਾ ਹੈ ਉਹ ਇਹ ਹੈ ਵੀ ਸਿੱਧੂ ਨੇ ਇਸ ਜਿਹੜੀ ਹੋਇਆ ਸਾਰਾ ਕੁਝ, ਉਹਨੇ ਬੜੀ ਵੱਡੀ ਟਰਾਂਸਫੋਰਮੇਸ਼ਨ ਕਰ ਲਈ ਹੈ। ਜਿਸ ਤਰ੍ਹਾਂ ਬਲਜੀਤ ਉਹਨਾਂ ਨੇ ਆਖਿਆ ਕਿ ਉਹਨਾਂ ਨੂੰ ਹੁਣ ਤੱਕ ਦਰਸ਼ਨੀ ਘੋੜੇ ਵਜੋਂ ਜਿਹੜਾ ਉਹ ਵਰਤਿਆ ਜਾਂਦਾ ਰਿਹਾ। ਹੁਣ ਲੋਕ ਉਹਨੂੰ ਦਰਸ਼ਨੀ ਘੋੜਾ ਨਹੀਂ, ਉਹਨੂੰ ਵਾਚ ਡੌਗ ਆਖਿਆ ਕਰਨਗੇ। ਤੇ ਉਹ ਵਾਚ ਡੌਗ ਦੀ ਪੰਜਾਬ ਨੂੰ, ਹਿੰਦੁਸਤਾਨ ਨੂੰ ਵਾਚ ਡੌਗ ਦੀ ਲੋੜ ਆ। ਦਰਸ਼ਨੀ ਘੋੜੇ ਬੜੇ ਵੇਖ ਲੈ, ਦਰਸ਼ਨੀ ਘੋੜੇ ਬੜੇ ਜਿਹੜੇ ਆ ਨਾ ਉਹਨਾਂ ਦੇ ਸਿੰਘ ਨਿਕਲਦੇ ਵੀ ਵੇਖ ਆਏ ਅਸੀਂ। ਹੁਣ ਵਾਚ ਡੌਗ ਦਾ ਦੌਰ ਆ। ਜਿਸ ਤਰ੍ਹਾਂ ਬੱਬੂ ਮਾਨ ਉਹਨਾਂ ਦਾ ਗਰੁੱਪ ਆ, ਡਾਕਟਰ ਸਵਾਏ ਮਾਨ ਹੋਣੀ ਉੱਥੇ ਬੈਠੇ ਆ, ਕਿਸਾਨਾਂ ਦਾ ਗਰੁੱਪ ਆ, ਇਹ ਸਾਰੇ ਵਾਚ ਡੌਗ ਹੀ ਨੇ। ਇਹ ਜਿੱਤਣ ਭਾਵੇਂ ਨਾ ਜਿੱਤਣ, ਇਹ ਡਜ਼ ਨਾਟ ਮੈਟਰ। ਇਹ ਵਾਚ ਡੌਗ ਜਿਹੜਾ ਨਾ ਉਹੋ ਹੀ ਚੇਤਨਾ ਦੇ ਜਿਹੜੇ ਉਹ ਹੈਗੇ ਨੇ, ਉਹਦੇ ਪ੍ਰੋਟੈਕਟਰ ਨੇ। ਔਰ ਚੇਤਨਾ ਜਿਹੜੀ ਆ ਉਹ ਪੰਜਾਬ ਦੀ ਪ੍ਰੋਟੈਕਟਰ ਹੈ। ਤੇ ਅਲਟੀਮੇਟਲੀ ਪੰਜਾਬ ਜਿੱਤੇਗਾ। ਜਿਸ ਤਰ੍ਹਾਂ ਸਿੱਧੂ ਦਾ ਨਾਰਾ ਨਾ, ਜਿੱਤੇਗਾ ਪੰਜਾਬ, ਨੋ ਡਾਊਟ। ਗੈਰੀ ਜੀ ਮੈਂ ਇੱਕ ਪੁਆਇੰਟ ਕਹਿਣਾ ਹੈ। ਗੁਪਤਾ ਜੀ 1 ਮਿੰਟ ਹੀ ਰਹਿਣਾ ਬਸ। ਹਾਂਜੀ ਸਰ, ਮੈਂ ਇਹ ਕਹਿਣਾ ਕਿ ਐਂਡ ਆਫ ਦੀ ਵਰਲਡ ਨਹੀਂ ਹੈ। ਜਿਹੜੀ ਸਮਾਜ ਹੈ ਨਾ ਕਦੀ ਸਟੈਗਨੇਟ ਨਹੀਂ ਹੁੰਦਾ, ਸ਼ਾਰਟ ਟਾਈਮ ਸਟੈਗਨੇਟ ਹੋ ਜਾਂਦਾ ਹੈ। ਪਰ ਕਿਉਂਕਿ ਜਿਹੜੀ ਨੀਡਸ ਐਂਡ ਐਸਪੀਰੇਸ਼ਨਸ ਹੈ ਨਾ, ਦੇਖੋ ਬੰਗਾਲ 'ਚ ਜੋਤੀ ਬਸੂ ਨੇ 30 ਸਾਲ ਰਾਜ ਕੀਤਾ। ਇੱਕ ਲਰਨ ਦਾ ਹਿਸਟਰੀ। ਉਹਨਾਂ ਨੇ ਲੋਕਾਂ ਨੂੰ ਸਾਈਕਲ ਤੇ ਰੱਖਿਆ ਵੀ ਸਾਈਕਲ ਤੇ ਹੀ ਰਹੋ, ਵਾਸ਼ ਆਊਟ ਹੋ ਗਏ। 30 ਈਅਰ ਰਿਕਾਰਡ ਹਿਸਟਰੀ ਇੰਡੀਆ ਦੀ। ਸੋ ਇਸ ਕਰਕੇ ਜਿਹੜਾ ਐਸਪੀਰੇਸ਼ਨ ਕੰਪੋਨੈਂਟ ਹੈ, ਚਾਹੇ ਅਮਰੀਕਾ ਹੈ ਚਾਹੇ ਕੈਨੇਡਾ ਹੈ, ਉਹ ਬੜਾ ਡੋਮੀਨੈਂਟ ਹੈ। ਔਰ ਪੰਜਾਬ ਉਹਦੇ ਥ੍ਰੈਸ਼ਹੋਲਡ ਤੇ ਖੜਾ ਹੈ। ਤੁਸੀਂ ਚਲਾ ਹੀ ਨਹੀਂ ਸਕਦੇ ਜੇ ਰੈਵਨਿਊ ਨਹੀਂ ਹੈ, ਚਾਹੇ ਬਾਦਲ ਵੀ ਆ ਜਾਏ। ਔਰ ਟ੍ਰੈਡੀਸ਼ਨਲ ਪਾਰਟੀਆਂ ਟੁੱਟਣਗੀਆਂ। ਉਹ ਰਿਪੀਟ ਤੁਸੀਂ ਕਰਤੀ ਹੈ, ਪਹਿਲਾਂ ਵੀ ਕਰਤੀ ਹੈ। ਥੈਂਕ ਯੂ ਵੈਰੀ ਚੀਮਾ ਜੀ। ਹਾਂਜੀ ਸਰ, ਉਹ ਕੋਈ ਕੁਐਸਚਨ ਦੇ ਵਿੱਚੋਂ ਗੱਲਾਂ ਚੋਂ ਆਉਂਦਾ ਤੇ ਰਿਪੀਟ ਹੋਊਗਾ। ਹੁਣ ਪਿਸ਼ੌਰਾ ਜੀ ਨੇ ਕਿਹਾ ਕਿ ਵੀ ਕਾਂਗਰਸ ਦੇ ਉਹਨੇ ਆਪਣੇ ਹਾਈ ਕਮਾਂਡ ਦੇ ਅਗੇਂਸਟ ਨਹੀਂ ਕਿਹਾ ਸਿੱਧੂ ਨੇ। ਮੈਂ ਇੱਥੇ ਕਰੈਕਟ ਕਰ ਰਹਾ, ਉਹਨੇ ਬਿਲਕੁਲ ਹਾਈ ਕਮਾਂਡ ਦੇ ਅਗੇਂਸਟ ਹੀ ਕਿਹਾ। ਉਹਨੇ 2-3 ਵੱਡੀਆਂ ਗਲਤੀਆਂ ਕੀਤੀਆਂ। ਸਭ ਤੋਂ ਪਹਿਲਾਂ ਉਹਨੇ ਜਦੋਂ ਅਸਤੀਫਾ ਦਿੱਤਾ ਸੀ ਉਦੋਂ ਅਨੋਏ ਕੀਤੀ ਸੀ ਹਾਈ ਕਮਾਂਡ, ਉਹਨਾਂ ਨੂੰ ਦੱਸੇ ਬਣਾ ਲਿਆ ਸੀਗਾ। ਫਿਰ ਹੁਣ ਜਦੋਂ ਉਹਨੂੰ ਕਲੀਅਰ ਹੋ ਗਿਆ, ਜਦੋਂ 2-3 ਦਿਨ ਪਹਿਲਾਂ ਕਲੀਅਰ ਹੋ ਗਿਆ ਕਿ ਚੰਨੀ ਦਾ ਨਾਮ ਪ੍ਰੋਜੈਕਟ ਹੋ ਰਿਹਾ, ਫਿਰ ਉਹਦੀਆਂ ਸਟੇਟਮੈਂਟ ਆਉਣੀਆਂ ਸ਼ੁਰੂ ਹੋ ਗਈਆਂ ਸੀ। ਨਹੀਂ ਇਹ ਤਾਂ ਲੋਕੀ ਡਿਸਾਈਡ ਕਰਨਗੇ, ਪਹਿਲਾਂ MLA ਬਣਨਗੇ ਫਿਰ ਕਰਨਗੇ। ਉਸ ਤੋਂ ਬਾਅਦ ਲਾਸਟ ਥ੍ਰੈਟ ਸੀ ਕਿ ਹਾਈ ਕਮਾਂਡ ਜਿਹੜੇ ਉੱਪਰ ਲਿਆ, ਕਹਿਣ ਦਾ ਮਤਲਬ ਡਾਇਰੈਕਟਲੀ ਹਾਈ ਕਮਾਂਡ ਨੂੰ ਸੀ ਦੇ ਡੋਂਟ ਵਾਂਟ CM ਕੈਂਡੀਡੇਟ ਲਾਈਕ ਮੀ, ਜਿਹੜਾ ਉਹਨਾਂ ਦੇ ਕੰਟਰੋਲ 'ਚ ਨਹੀਂ ਹੋਊਗਾ, ਆਪਣੀ ਮਰਜ਼ੀ ਕਰੂਗਾ, ਉਹਨੂੰ ਚੰਨੀ ਵਰਗੇ ਚਾਹੀਦੇ ਆ। ਸੋ ਡਾਇਰੈਕਟਲੀ ਉੱਥੇ ਹੀ ਗਿਆ। ਉਹ ਰਾਹੁਲ ਹਰਾਣੇ ਤੇ ਪ੍ਰਿੰਕਾ ਜੋ ਜਿਹੜੇ ਸਪੋਰਟ ਕਰਦੇ ਸੀ, ਇੱਥੋਂ ਹੀ ਅਨਾਏ ਹੋ ਕੇ ਹੋਇਆ। ਦੂਸਰਾ ਜਿਹੜਾ ਲਾਸਟ ਮੈਂ ਇਹ ਕਹਿ ਰਿਹਾ ਸੀ, ਇਨ ਕੇਸ ਇਹ ਪਾਰਟੀਆਂ ਮੈਜੋਰਟੀ 'ਚ ਨਹੀਂ ਆਉਂਦੀਆਂ ਕਿਉਂਕਿ ਇਹਨਾਂ ਦਾ ਇੰਟਰਸਟ ਪੰਜਾਬ ਨਾਲ ਨਹੀਂ ਹੈਗਾ। ਸਿੱਧੂ ਦੀ ਗੱਲ ਇੱਕ ਹੈਗੀ ਹੈ ਕਿ ਸਿੱਧੂ ਦੀ ਵਾਚ ਡੌਗ ਦੀ ਜਿਹੜੀ ਗੱਲ ਕਰਦੇ ਹੋ, ਇਹ ਪਾਰਟੀਆਂ ਨੂੰ ਵਾਚ ਡੌਗ ਦੇ ਡੋਂਟ ਐਕਸੈਪਟ ਇਟ, ਨਾ ਉਹਨਾਂ ਨੂੰ ਟੋਲਰੇਟ ਕਰਦੇ ਨੇ। ਹਾਂ, ਇੱਕੋ ਇੱਕ ਚੁਆਇਸ ਬਚਦੀ ਹੈ, ਜੇ ਉਹਨੇ ਕਰਨਾ ਕੱਲ ਨੂੰ ਕਰਨਾ ਤਾਂ ਉਹ ਚੇਤਨਾ ਵਾਲੀ ਪਾਰਟੀ ਦੇ ਨਾਲ ਤਾਂ ਉਹਦੀ ਸਟੈਂਡ ਲੱਗਦਾ। ਉਹਨਾਂ ਦਾ ਇਸ਼ੂ ਸਾਰੇ ਸੇਮ ਨੇ, ਉਹ ਸਟੈਂਡ ਤੇ ਵੀ ਖੜਨਗੇ, ਇਮਾਨਦਾਰ ਵੀ ਹੋਣਗੇ। ਇੱਥੇ ਨਾ ਇਹਨਾਂ ਪਾਰਟੀਆਂ 'ਚ ਇਮਾਨਦਾਰੀ ਮਿਲਣੀ, ਨਾ ਵਾਚ ਡੌਗ ਵਾਲਾ ਕੰਮ ਹੋਣਾ ਆ। ਤੇ ਦੂਸਰਾ ਜਿਵੇਂ ਰਾਣਾ ਗੁਰਜੀਤ ਦੀ ਵੀ ਗੱਲ ਕੀਤੀ ਸੀਗੀ, ਆਮ ਆਦਮੀ ਪਾਰਟੀ 'ਚ ਵੀ ਦੂਜੀਆਂ ਪਾਰਟੀਆਂ ਦੇ ਬੰਦੇ ਆ ਜਿਹਨੇ ਕਦੋਂ ਪਤਾ ਨਹੀਂ ਕਦੋਂ ਟੁੱਟ ਕੇ ਚਲੇ ਜਾਣਾ। ਇਹ ਗੁਰਜੀਤ ਗਰੁੱਪ ਜਿਹੜੇ ਪਹਿਲਾਂ ਕਹਿੰਦੇ ਸੀ ਜਦੋਂ ਇਹਨਾਂ ਨੂੰ ਸੀਟਾਂ ਨਾ ਮਿਲੀਆਂ ਤਾਂ ਇਹਨਾਂ ਨੇ ਕੈਪਟਨ ਦੇ ਨਾਲ ਚਲੇ ਜਾਣਾ, ਔਰ ਸੀਟਾਂ ਇਹਨਾਂ ਨੇ ਦਿੱਤੀਆਂ ਇਸੇ ਕਰਕੇ ਵੀ ਇਹਨਾਂ ਰੋਕ ਲਈ ਨਾ ਜਾਣ। ਪਰ ਇਹ ਜਿੱਤ ਕੇ ਵੀ ਜੇ ਮੈਜੋਰਟੀ ਗਵਰਨਮੈਂਟ ਨਾ ਬਣੀ ਤਾਂ ਇਹ ਟੁੱਟ ਕੇ ਸਾਰੇ, ਤਾਂ ਹੀ ਮੈਂ ਕਹਿੰਦਾ ਕਿ BJP ਵਿਲ ਰੂਲ। ਜੇ ਮੈਜੋਰਟੀ ਨੇ ਇਹ ਸਾਰੇ ਕੈਂਡੀਡੇਟ ਟੁੱਟ ਕੇ ਉਧਰ ਜਾਣਗੇ। ਥੈਂਕ ਯੂ ਬੇਟਾ। ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਆ ਰਿਹਾ। ਵੈਸੇ ਪਿਸ਼ੌਰਾ ਸਿੰਘ ਜੀ, ਤੁਸੀਂ ਬਹੁਤ ਕੌਨਫੀਡੈਂਸ ਨਾਲ ਗੱਲ ਕਰਦੇ ਹੋ ਜਾਂ ਤੁਹਾਨੂੰ ਫੀਲਿੰਗ ਵੀ ਆ। ਚੀਮਾ ਸਾਹਿਬ ਨੇ ਕਹਿਤਾ ਵੀ ਬੜਾ ਕੁਛ ਇਹਨਾਂ ਨੇ ਤੁਹਾਡਾ ਡਿਸਕਸ ਕੀਤਾ ਤੁਹਾਡੇ ਗੱਲ ਤੇ, ਬਈ ਇਹ ਪਾਰਟੀਆਂ ਨੇ ਇੱਧਰ ਉੱਧਰ ਕੰਮ ਕਰਨਾ, ਇਹਨਾਂ ਨੇ ਹਟਣਾ ਨਹੀਂ ਹੈ।
ਵੈਸੇ ਤਾਂ ਚੀਮਾ ਸਾਹਿਬ ਚੇਂਜਸ ਆਉਂਦੀਆਂ ਹੁੰਦੀਆਂ ਨੇ ਪੰਜਾਬ ਦੇ ਵਿੱਚ ਐਂਡ ਹੋ ਚੁੱਕਿਆ। ਜਿਹੜੇ ਪੰਜਾਬੀ ਲੋਕ ਆ ਇਹ ਆਟਾ ਦਾਲ ਤੇ ਨਹੀਂ ਚੱਲਣ ਵਾਲੇ, ਇਹ ਤਾਂ ਖਾਣ ਪੀਣ ਵਾਲੇ ਬੰਦੇ ਨੇ, ਤਾਂ ਲੰਗਰ ਛਕਾਉਣ ਵਾਲੇ। ਲੰਗਰ ਕਿੱਥੋਂ ਛਕਾਉਣਗੇ ਜਿਹਨਾਂ ਕੋਲ ਹੈ ਨਹੀਂ, ਆਟਾ ਲਾ ਆਪ ਹੀ ਲੈਣਗੇ ਉਹਨਾਂ ਤੋਂ। ਤੇ ਕੁਐਸਚਨ ਇਹ ਆ, ਇਹ ਚੇਂਜ ਜ਼ਰੂਰ ਆਉਣੀ ਆ, ਡੈਫੀਨੇਟਲੀ ਆਏਗੀ। ਚੇਤਨਾ ਕੰਮ ਕਰੇਗੀ, ਚਾਹੇ ਕਿਸਾਨ ਮੂਵਮੈਂਟ ਵਾਲੀ ਗੱਲ ਕਰੇ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਡਾਕਟਰ ਸਾਹਿਬ, ਡਾਕਟਰ ਕੁਮਾਰ ਜੀ ਪਲੀਜ਼। ਹਾਂਜੀ ਹਾਂਜੀ, ਨਾ ਆ ਜਿਹੜਾ ਕੰਮ ਹੋ ਰਿਹਾ ਪੰਜਾਬ ਦੇ ਵਿੱਚ, ਇਹ ਚੇਤਨਾ ਕਰਕੇ ਹੋ ਰਿਹਾ। ਹਾਂ, ਜੇ ਚੇਤਨਾ ਨਾ ਹੁੰਦੀ ਤਾਂ ਆ ਕੰਮ ਕਿੱਥੋਂ ਹੁੰਦਾ? ਜਿਹੜੇ ਬੰਦੇ ਸਦੀਆਂ ਤੋਂ ਪਛੜਿਓ ਨੇ, ਉਹਨਾਂ ਬੰਦਿਆਂ ਨੂੰ ਰਿਪਰੈਜ਼ੈਂਟੇਸ਼ਨ ਦੇਣੀ, ਇਹ ਕੋਈ ਸੌਖਾ ਕੰਮ ਥੋੜੀ ਹੋਇਆ। ਨਹੀਂ, ਇਹ ਬਹੁਤ ਵੱਡਾ ਕੰਮ ਹੋਇਆ। ਜਿਹੜੇ 60% ਬੰਦੇ ਨਿਮਾਣੇ, ਜਿਨ੍ਹਾਂ ਨੂੰ ਕਦੀ ਮਾਣ ਹੀ ਨਹੀਂ ਮਿਲਿਆ, ਉਹਨਾਂ ਚਲੋ ਭਾਵੇਂ ਟੈਂਪਰੇਰੀ ਸਹੀ, ਚਲੋ ਭਾਵੇਂ ਇਹ ਵੀ ਮੰਨੀਏ ਕਿ ਇਲੈਕਸ਼ਨ ਤੋਂ ਬਾਅਦ ਇੰਟਰਨਲ ਜਿਹੜੀ ਇਹ ਗੱਲਬਾਤ ਹੋਈ ਹੋਵੇ ਨਵਜੋਤ ਸਿੰਘ ਸਿੱਧੂ ਦੇ ਨਾਲ ਹਾਈ ਕਮਾਂਡ ਦੀ, ਕਿ ਤੂੰ ਉਦੋਂ ਤੱਕ ਚੁੱਪ ਰਹਿ ਜਦੋਂ ਤੱਕ ਇਲੈਕਸ਼ਨ ਨਹੀਂ ਹੁੰਦੇ। ਇਲੈਕਸ਼ਨ ਤੋਂ ਬਾਅਦ ਜਦੋਂ ਅਸੈਂਬਲੀ ਬਣੂਗੀ, MLA ਹੋਊਗੇ, ਉਦੋਂ ਸਾਰੇ MLA ਤੇਰੀ ਫੇਵਰ ਚ ਵੋਟ ਪਾਉਗੇ। ਸਾਨੂੰ ਕੀ ਪਤਾ, ਸਾਨੂੰ ਕੀ ਪਤਾ। ਲੇਕਿਨ ਜਿਹੜੀ ਆ ਗੱਲ ਹੋਈ ਹੈ, ਇਹ ਜਿਹੜੀ ਗੱਲ ਹੋਈ ਆ ਕਿ ਨਿਮਾਣਿਆਂ ਨੂੰ ਮਾਣ ਦੇਣ ਦੀ ਗੱਲ ਜਿਹੜੀ ਆ, ਕਾਂਗਰਸ ਨੇ ਇਹ ਬੋਲਡ ਡਿਸੀਜਨ ਲਿਆ। ਕਿਉਂਕਿ BJP ਵੀ ਕਹਿੰਦੀ ਸੀ ਆਪਾਂ ਦਲਿਤ ਚੀਫ ਮਿਨਿਸਟਰ ਬਣਾਵਾਂਗੇ, ਬਣਾਇਆ ਨਹੀਂ। ਆਪ ਵੀ ਕਹਿੰਦੀ ਸੀ ਅਸੀਂ ਬਣਾਵਾਂਗੇ, ਬਣਾਇਆ ਨਹੀਂ। ਇਹ ਅਕਾਲੀ ਦਲ ਕਹਿੰਦੇ ਅਸੀਂ ਡਿਪਟੀ ਚੀਫ ਮਿਨਿਸਟਰ ਬਣਾਵਾਂਗੇ, ਉਹ ਕਹਿੰਦੇ ਤੁਸੀਂ ਡਿਪਟੀ ਕਾਹਨੂੰ ਬਣਾਉਣਾ, ਮੈਂ ਤਾਂ ਬਣਾਤਾ। ਤਾਂ ਠੀਕ ਹੈ, ਇਹ ਬਣਾਤਾ। ਤੇ ਇਸ ਕਰਕੇ ਜਿਹੜੀ ਆ, ਜਿੱਦਾਂ ਗੁਪਤਾ ਜੀ ਲਾਸਟ ਟਾਈਮ ਆਪਾਂ ਡਿਸਕਸ ਕਰਦੇ ਸੀ, ਜੇ ਨੰਬਰ ਦੀ ਗੇਮ ਦੇਖੀਏ, ਨੰਬਰ ਦੀ ਗੇਮ ਦੇ ਵਿੱਚ ਕਾਂਗਰਸ ਦੀ ਬਾਜੀ ਉੱਪਰ ਹੈ। ਬੇਸ਼ੱਕ ਇੰਟਰਨਲੀ ਉਹਨਾਂ ਦੀ ਫਾਈਟ, ਜਿਹੜਾ ਅੱਜ ਉਹਨਾਂ ਨੇ ਇਕੱਠੇ ਹੋ ਕੇ ਨਵਜੋਤ ਸਿੰਘ ਸਿੱਧੂ ਨੇ, ਜਾਖੜ ਸਾਹਿਬ ਨੇ, ਰਾਹੁਲ ਜੀ ਨੇ, ਤੇ ਇਹਨਾਂ ਨੇ ਚੰਨੀ ਜੀ ਨੇ, ਜੋ ਇਹਨਾਂ ਦੀਆਂ ਸਪੀਚਾਂ, ਇਹਨਾਂ ਦੀ ਬੋਡੀ ਲੈਂਗੁਏਜ ਪੜ੍ਹੋ ਤੁਸੀਂ। ਮੈਂ ਸੁਣੀਆ ਬਹੁਤ ਚੰਗੀ ਤਰ੍ਹਾਂ। ਇਹਨਾਂ ਦੀ ਬੋਡੀ ਲੈਂਗੁਏਜ ਤੋਂ ਇਹ ਲੱਗਦਾ ਸੀਗਾ ਤੇ ਇਹ ਉੱਪਰ ਰੌਲਾ ਪਾਉਣ ਵਾਲੇ ਗੱਲਾਂ ਹੈਗੀਆਂ ਨੇ, ਅੰਦਰੋਂ ਸਾਰੇ ਇਕੱਠੇ ਹੀ ਨੇ। ਜਦੋਂ ਅੰਦਰੋਂ ਸਾਰੇ ਇਕੱਠੇ ਹੀ ਨੇ ਤੇ ਉੱਪਰੋਂ ਗੱਲਾਂ ਜਿਹੜੀਆਂ ਹੈਗੀਆਂ ਉਹ ਤਾਂ ਕਰਨੀਆਂ ਬੜੀਆਂ ਸੌਖੀਆਂ ਨੇ। ਜਦੋਂ ਡਿਸੀਜਨ ਲੈਣੇ ਆ ਉਦੋਂ ਇਹਨਾਂ ਨੇ ਇਕੱਠਿਆਂ ਨੇ ਲੈਣੇ ਆ। ਇਸ ਕਰਕੇ ਮੈਨੂੰ ਲੱਗਦਾ ਵੀ ਕਾਂਗਰਸ ਦਾ ਪਲੜਾ ਭਾਰੀ ਆ ਬਾਕੀ ਸਾਰਿਆਂ ਨਾਲੋਂ। ਹੈਗਾ। ਹਾਂ, ਜੀਵਨ ਜੀ ਆਪਾਂ ਫਿਰ ਬਲਜੀਤ ਜੀ ਫਿਰ ਰੈਪ ਅਪ ਕਰਕੇ ਕਰ ਲਾਂਗੇ। ਓਕੇ, ਥੈਂਕ ਯੂ। ਆਈ ਥਿੰਕ ਜਿਹੜਾ ਡਿਸੀਜਨ ਲੈਣ ਦਾ ਆਪਾਂ ਗੱਲ ਕਰ ਰਹੇ ਹੈਗੇ ਨਾ, ਵੀ ਇਹ ਪਾਰਟੀਆਂ ਕੋਲੇ ਹੈ ਨੀ ਗਾ ਵੀ ਕੋਈ। ਈਵਨ ਇਹਦੇ ਨਾਲ ਦੀ ਐਗਜ਼ਾਮਪਲ ਜੇ ਅਸੀਂ ਉਹ UP ਤੋਂ ਵੇਨੇ ਹੈਗੇ, ਪ੍ਰਿਯੰਕਾ ਦੇ ਅਗੇਂਸਟ ਜਿਹੜੀ ਕੁੜੀ ਆ ਰਹੀ ਹੈਗੀ ਆ, ਉਹਨੂੰ ਇਹ ਕੰਟਰੋਲ ਨਹੀਂ ਕਰ ਸਕੇ। ਤਾਂ ਉਹਦਾ ਜਿਹੜਾ ਹਸਬੈਂਡ ਸੀਗਾ, ਉਹ ਪੰਜਾਬ ਤੋਂ MLA ਸੀਗਾ, ਉਹ ਦੂਜੀ ਸੁਰਾਂ ਚ ਚਲਾ ਗਿਆ ਹੈਗਾ, ਦੂਜੀ ਪਾਰਟੀਆਂ ਨਵਾਂ ਸ਼ਹਿਰ ਤੋਂ। ਤੇ ਇਸ ਕਰਕੇ ਇਹ ਜੇ ਅਸੀਂ ਕਹੀਏ ਵੀ ਇਹ ਯੂਨਾਈਟਿਡਲੀ ਹੈਗਾ, ਨਾ ਇਹਨਾਂ ਤੋਂ ਮੱਧ ਪ੍ਰਦੇਸ਼ ਹੋਇਆ, ਨਾ ਇਹਨਾਂ ਤੋਂ ਰਾਜਸਥਾਨ ਦਾ ਕੰਟਰੋਲ ਹੋ ਰਿਹਾ ਹੈਗਾ। ਇਹ ਜਿਹੜੇ ਉੱਪਰ ਬੈਠੀ ਹੈਗੀ ਆ ਲੀਡਰਸ਼ਿਪ, ਇਹ ਨਕਮੀ ਲੀਡਰਸ਼ਿਪ ਹੈਗੀ ਆ। ਦੈਟ ਇਜ਼ ਵਾਟ ਇਟ ਪ੍ਰੋਬਲਮ ਇਜ਼ ਕਮਿੰਗ ਇਨ। ਇਹ ਕੱਲੀ ਨਕਮੀ ਨਹੀਂ ਹੈ, ਇਹ ਕੱਲੀ ਨਕਮੀ ਲੀਡਰਸ਼ਿਪ ਨਹੀਂ ਆ। ਗੱਲ ਇਹ ਹੈ ਕਿ ਉਹ ਜਿਹੜੇ ਦੂਜੇ ਬੰਦੇ ਬੈਠੇ ਹੋ ਉੱਪਰ, ਉਹ ਜਿਹੜੇ ਬੰਦੇ ਆ, ਉਹ ਉਹਨਾਂ ਦੇ ਪਿਓ ਹੈ। ਨਹੀਂ, ਪਿਓ ਭਾਂਦੀ ਹੋਣ, ਪਰ ਉਹਦੇ ਚ ਪ੍ਰੋਬਲਮ ਇਹੀ ਹੈ ਵੀ ਜੇ ਤੁਸੀਂ ਐਜ਼ ਏ ਨੈਸ਼ਨਲ ਪਾਰਟੀ ਹੈਗੇ ਆ, ਤੁਹਾਡੇ ਕੋਲ ਇਸ ਡਿਸੀਜਨ ਲੈਣ ਦੀ ਪਾਵਰ ਹੋਣੀ ਚਾਹੀਦੀ ਹੈਗੀ ਹੈ। ਇਹ ਡਿਸੀਜਨ ਜਿਹੜੇ ਕਿ 4 ਸਾਲ ਪਹਿਲਾਂ ਵੀ ਲੈ ਸਕਦੇ ਸੀ, ਜਦੋਂ ਕੈਪਟਨ ਨੂੰ ਉਹ ਖੁੰਡ ਪੱਟਣ ਵਾਲਾ ਕਿਹੜਾ ਸੀਗਾ ਬੰਦਾ, ਉਹ ਇੱਕੋ ਬੰਦਾ ਸੀਗਾ। ਜੇ ਉਹ ਨਾ ਮੂਰੇ ਆਉਂਦਾ ਤਾਂ ਚੰਨੀ ਹੁਣੀ ਉੱਥੇ ਦੇ ਉੱਥੇ ਬੈਠੇ ਸੀਗੇ, ਕੋਈ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਨਹੀਂ ਹੈ। ਰਿਪਰੈਜ਼ੈਂਟੇਸ਼ਨ ਇਹ ਸਾਨੂੰ ਉਹੀ ਚੀਜ਼ ਅਸੀਂ ਕਹਿ ਰਹੇ ਹੈਗੇ ਆ। ਤੁਸੀਂ ਡਾਕਟਰ ਸਾਹਿਬ ਗੱਲ ਕੀਤੀ ਸੀਗੀ ਵੀ ਜੇ ਹੈਰਿਸ ਨੂੰ ਇੱਥੇ ਕਿਉਂ ਲੈ ਕੇ ਆਏ ਹੈਗੇ, ਉਹ ਵੀ ਉਹ ਪੋਲਰਾਈਜੇਸ਼ਨ ਕਰ ਰਹੇ ਹੈਗੇ ਵੋਟਾਂ ਦੀ। ਸੇਮ ਚੀਜ਼ ਉਹੀ ਆ ਵੀ ਇਹ ਪੋਲਰਾਈਜੇਸ਼ਨ ਹੋ ਰਹੀ ਹੈਗੀ ਆ। ਜਿੰਨਾ ਚਿਰ ਇਹ ਚੀਜ਼ਾਂ ਨਹੀਂ ਸਟਾਪ ਹੋਣਗੀਆਂ, ਅਸੀਂ ਕੋਈ ਉੱਥੇ ਬਦਲਾਅ ਨਹੀਂ ਵੇਖ ਸਕਦੇ ਹੈ। ਸ਼ੌਰਤ ਸਿੰਘ ਜੀ ਕਲੋਜ਼ ਕਰ ਦਿਓ ਇੱਕ ਮਿੰਟ ਜੀ ਪਲੀਜ਼। ਸਿਆਣੇ ਕਹਿੰਦੇ ਨੇ ਕਿ ਇੱਕ ਗੱਲ ਤੁਹਾਡੇ ਸਾਹਮਣੇ ਵਾਪਰਦੇ ਹੁੰਦੇ ਆ, ਪਰ ਉਹ ਜ਼ਰੂਰੀ ਨਹੀਂ ਵੀ ਉਹੋ ਹੀ ਗੱਲ ਹੋਵੇ। ਉਹਦੇ ਪਿੱਛੇ ਇੱਕ ਦੂਸਰੀ ਗੱਲ ਹੁੰਦੀ ਹੈ, ਉਹ ਦੂਸਰੀ ਗੱਲ ਦੇ ਪਿੱਛੇ ਇੱਕ ਤੀਸਰੀ ਗੱਲ ਵੀ ਹੁੰਦੀ ਹੈ। ਚਲੋ ਤੀਸਰੀ ਗੱਲ ਜਿਹੜੀ ਆ ਉਹ ਤਾਂ ਸਾਈਕੋਲੋਜਿਸਟ ਜਾਂ ਸਾਈਕੈਟ੍ਰਿਸਟ ਜਿਹੜੇ ਉਸ ਤੱਕ ਪਹੁੰਚ ਸਕਦੇ ਆ,
ਪਰ ਕਾਮਨ ਸੈਂਸ ਡਿਮਾਂਡਸ ਵੀ ਜਿਹੜੀ ਚੀਜ਼ ਤੁਹਾਨੂੰ ਦਿਸਦੀ ਹੈ ਨਾ, ਉਹਦੇ ਪਿੱਛੇ ਦੂਸਰੀ ਗੱਲ ਜਿਹੜੀ ਹੈ ਘੱਟੋ ਘੱਟ ਉੱਥੋਂ ਤੱਕ ਜ਼ਰੂਰ ਪਹੁੰਚਿਆ ਜਾਵੇ। ਇਹ ਜਿਹੜੀ ਨਿਮਾਣਿਆਂ ਨੂੰ ਮਾਣ ਦੇਣ ਵਾਲੀ ਗੱਲ ਆ, ਬੜੀ ਵੱਡੀ ਗੱਲ ਆ, ਬੜੀ ਵਧੀਆ ਗੱਲ ਹੈ। ਹੁਣ ਵੇਖਣਾ ਹੈ ਵੀ ਇਹਦੇ ਪਿੱਛੇ ਗੱਲ ਕੀ ਹੈ, ਜਿਹਦੇ ਤੇ ਇਸ਼ਾਰਾ ਜੀਵਨ ਗਿੱਲ ਉਹਨਾਂ ਨੇ ਬੜਾ ਕਲੀਅਰਲੀ ਕੀਤਾ। ਇਹ ਨਿਮਾਣਿਆਂ ਨੂੰ ਮਾਣ ਤਾਂ ਹੀ ਮਿਲਿਆ ਜੇ ਉਹ ਨਿਮਾਣਿਆਂ ਨੂੰ ਮਾਣ ਦੇਣ ਵਾਲੇ ਜਿਹੜੇ ਦਬਾ ਕੇ ਬੈਠੇ ਰੱਖਿਆ, ਜਿਨ੍ਹਾਂ ਨੇ 75 ਸਾਲ ਤੇ ਜਿਨ੍ਹਾਂ ਨੇ ਪਿਛਲੇ 5 ਸਾਲ ਵੀ ਜਿਹੜੇ ਆ ਉਹ ਕੁਰਸੀ ਜਿਹੜੀ ਆ ਰਿਮੋਟ ਕਾਰਨਰ ਤੇ ਚਲਾਈ, ਉਹ ਸੰਘਾਸਨ ਹਿੱਲਿਆ। ਤੇ ਜਿਹੜਾ ਜਿਹਦੇ ਵਿੱਚ ਨਵਜੋਤ ਦਾ ਸਭ ਤੋਂ ਵੱਡਾ ਹੱਥ ਹੈ, ਜਿਹਨੂੰ ਆਪਾਂ ਦੋਸ਼ ਦਿੰਦੇ ਆ ਕਿ ਉਹਨੇ ਆਪਣਾ ਖਤਮ ਕਰ ਲਿਆ, ਉਹਨੇ ਜਿਹੜਾ ਨਾ ਹੀ ਇਜ਼ ਇਨਸਟਰੂਮੈਂਟਲ ਇਨ ਗੈਟਿੰਗ ਦੈਟ ਨਿਮਾਣਿਆਂ ਨੂੰ ਮਾਣ ਦਿਵਾਉਣ ਦੇ ਵਿੱਚ ਉਸ ਬੰਦੇ ਦਾ ਵੀ ਜਿਹੜਾ ਉਹ ਹੱਥ ਆ। ਜੇ ਉਹ ਵੱਡਾ ਬੋਰਡ ਜਿਹੜਾ ਨਾ ਉਹ ਨਾ ਉਸ ਕੁਰਸੀ ਤੋਂ ਪਾਸੇ ਹੁੰਦਾ ਤੇ ਇਹ ਨਿਮਾਣੇ ਜਿਹੜੇ ਆ ਨਾ ਇਹਨਾਂ ਹਾਲੀ ਹੋਰ ਨਿਮਾਣੇ ਰਹਿਣਾ ਸੀ। ਬਟ ਹੈਵਿੰਗ ਸੈਡ ਦੈਟ, ਨਿਮਾਣੇ ਸਿਰਫ ਇਸੇ ਸਮੁਦਾਇ ਦੇ ਵਰਗ ਦੇ ਲੋਕ ਹੀ ਨਹੀਂ ਹੈ। ਨਿਮਾਣੇ ਉਹ ਸਾਰੇ ਹੀ ਨੇ ਜਿਹੜੇ 60-70% ਲੋਕ ਜਿਹੜੇ ਨੇ, ਜਿਹੜੇ ਪਾਵਰਟੀ ਲਾਈਨ ਤੋਂ ਵੀ ਜਿਨ੍ਹਾਂ ਦੇ ਵਿੱਚ ਬਹੁਤ ਮੈਜੋਰਟੀ ਆ ਉਹ ਥੱਲੇ ਨੇ। ਉਹਦੇ ਵਿੱਚ ਹਿੰਦੂ ਵੀ ਆ ਜਾਂਦੇ ਨੇ, ਜੱਟ ਵੀ ਆ ਜਾਂਦੇ ਨੇ, ਉਹਦੇ ਚ ਸਾਰੇ ਹੀ ਆ ਜਾਂਦੇ ਨੇ। ਤੇ ਸਾਰੇ ਜਿਹੜੇ ਸਮੁਦਾਇ ਦੇ ਜਿਹੜੇ ਨੇ ਨਾ ਉਹ ਗਰੀਬ ਨਹੀਂ ਗਏ ਹੈਗੇ। ਇਹ ਚੀਜ਼ ਜਿਹੜੀ ਹੈ ਨਾ ਇਹ ਵੀ ਵੇਖਣ ਦੀ ਲੋੜ ਆ। ਹਾਂਜੀ, ਗੱਲ ਇਸ ਤਰ੍ਹਾਂ ਢਿੱਲੋਂ ਸਾਹਿਬ, ਜਿਹੜੀ ਤੁਸੀਂ ਕਿਹਾ ਨਾ ਦੂਜੀਆਂ ਕਮਿਊਨਿਟੀਆਂ ਦੇ ਬੰਦੇ ਵੀ ਪਾਵਰਟੀ ਲਾਈਨ ਤੋਂ ਥੱਲੇ ਨੇ ਤੇ ਉਹਨਾਂ ਦੇ ਵਿੱਚ ਵੀ ਗਰੀਬੀ ਆ, ਉਹਨਾਂ ਵਿੱਚ ਵੀ ਨਿਮਾਣੇ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਉਹਨਾਂ ਵਿੱਚ ਨਿਮਾਣੇ ਆ। ਲੇਕਿਨ ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦਿੰਨਾ, ਤੁਹਾਨੂੰ ਪਤਾ ਵੀ ਮੇਰੇ ਇੱਥੇ ਹਸਪੀਟਲ ਸੀ ਫਰੈਜ਼ਨੋ ਦੇ ਵਿੱਚ, ਇੱਕ ਮੇਰੇ ਕੋਲ ਕੁੜੀ ਆਈ ਜੱਟਾਂ ਦੀ, 8 ਸਾਲ ਮੈਂ ਆਪਣੀ ਬੱਚੀ ਦੀ ਤਰ੍ਹਾਂ ਰੱਖਿਆ ਉਹਨੂੰ, ਕੁੜੀ ਨੂੰ। 19-20 ਸਾਲ ਦੀ ਕੁੜੀ ਸੀਗੀ, 8 ਸਾਲ ਤੱਕ ਆਪਣੀ ਬੇਟੀ ਬਣਾ ਕੇ ਰੱਖਿਆ ਉਹਨੂੰ, ਮੈਂ ਆਪਣੇ ਘਰ 'ਚ ਰੱਖਿਆ, ਜੌਬ ਵੀ ਦਿੱਤੀ, ਬਿਲਕੁਲ ਅਨਪੜ੍ਹ ਕੁੜੀ ਸੀ। ਉਹਨੂੰ ਕੁੜੀ ਨੂੰ ਮੈਂ ਕਿਹਾ ਇੱਕ ਦਿਨ, ਕੁੜੀ ਜੱਟਾਂ ਦੀ ਸੀ, ਮੈਂ ਉਹਨੂੰ ਕੁੜੀ ਨੂੰ ਇੱਕ ਦਿਨ ਕਿਹਾ, ਮੈਂ ਕੁੜੀਏ ਤੇਰਾ ਵਿਆਹ ਕਰ ਦਈਏ ਹੁਣ ਤੇ ਮੁੰਡਾ ਕਿਸੇ ਵੀ ਕਾਸਟ ਦਾ ਚੱਲੂਗਾ? ਤੇ ਉਹ ਕੁੜੀ ਕਹਿੰਦੀ ਬਿਲਕੁਲ ਗਰੀਬ ਕੁੜੀ, ਕਹਿੰਦੀ ਅੰਕਲ ਮੇਰੇ ਨਾਲ ਧੱਕਾ ਨਾ ਕਰਿਓ, ਮੁੰਡਾ ਮੈਨੂੰ ਜੱਟਾਂ ਦਾ ਲੱਭ ਕੇ ਦਿਓ। ਅਨਪੜ੍ਹ ਹੋਵੇ ਕੋਈ ਗੱਲ ਨਹੀਂ, ਹਾਂ ਕੋਈ ਗੱਲ ਨਹੀਂ, ਤੇ ਮੁੰਡਾ ਮੈਨੂੰ ਜੱਟਾਂ ਦਾ ਲੱਭ ਕੇ ਦੇਣਾ, ਮੈਨੂੰ ਚਮਾਰ ਚੂਹਿਆਂ ਦਾ ਮੁੰਡਾ ਨਾ ਲੱਭ ਕੇ ਦਿਓ। ਇਹ ਕੁੜੀ ਨੇ ਮੈਨੂੰ ਮੇਰੇ ਕੋਲ ਰੋਟੀ ਖਾਂਦੀ, ਮੇਰੇ ਕੋਲ ਕੰਮ ਕਰਦੀ, ਮੇਰੇ ਘਰ 'ਚ ਰਹਿੰਦੀ, ਮੈਨੂੰ ਇਹ ਗੱਲ ਕਹੀ ਉਹਨੇ। ਤੁਸੀਂ ਉਹਨੂੰ ਸਭ ਕੁਝ ਦਿੱਤਾ ਪਰ ਉਹਨੂੰ ਚੇਤਨਾ ਨਹੀਂ ਦਿੱਤੀ। ਇਹ ਉਸ ਕੁੜੀ ਦਾ ਕਸੂਰ ਨਹੀਂ, ਉਹ ਕੁੜੀ ਜਿਹੜੀ ਬਿਲਕੁਲ